ਅੱਜ ਦੀ ਆਪਾਂ ਥੋੜਾ ਬੇਨਤੀ ਕਰਦੀ ਹੈ ਵੀ ਅੱਜ ਸਾਡੇ ਨਾਲ ਬੀਬੀ ਭੈਣ ਸਾਡੀ ਮਨਦੀਪ ਕੌਰ ਜੀ ਜੋ ਦੁਬਈ ਤੋਂ ਹੁਣ ਸਾਡੇ ਨਾਲ, ਉਹ ਅੱਜ ਵਿਚਾਰ ਕਰਨਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਬਾਣੀ ਜੋ ਸੱਤ ਬਾਣੀ ਹੈ, ਔਰ ਉਹਨਾਂ ਦੇ ਨਾਲ ਰਾਮਕਲੀ ਰਾਗ ਦੇ ਵਿੱਚ ਇੱਕ ਹੋਰ ਬਾਣੀ ਹੈ ਸਿੱਖਾਂ ਦੀ, ਉਹਦੇ ਵਿੱਚ ਆਉਂਦੇ ਨੇ ਭਾਈ ਸੱਤਾ ਜੀ ਐਂਡ ਭਾਈ ਬਲਵੰਤ ਜੀ, ਉਹਨਾਂ ਦੀ ਰਾਮਕਲੀ ਕੀ ਵਾਰ ਹੈ। ਇਹ ਦੋਵੇਂ ਹੀ ਬਾਣੀਆਂ ਨੂੰ ਇਨ ਸ਼ੋਰਟ ਸਾਡੇ ਨਾਲ ਵਿਚਾਰ ਸਾਂਝੇ ਕਰਨਗੇ ਭੈਣ ਮਨਦੀਪ ਕੌਰ ਜੀ। ਚਲੋ ਆਪਾਂ ਸਵਾਲ ਭਾਵੇਂ ਬਾਅਦ ਚੋਂ ਕਰੀਏ, ਪਰ ਮੈਂ ਸ਼ੁਰੂਆਤ ਵਿੱਚ ਬੇਨਤੀ ਕਰਦੇ ਹਾਂ ਭੈਣ ਜੀ ਨੂੰ ਵੀ ਸਾਨੂੰ ਇਹ ਦੱਸਣ ਵੀ ਅਕਸਰ ਇਹ ਸੱਤ ਬਾਣੀ ਅਕਸਰ ਕਿਹਾ ਜਾਂਦਾ ਵੇ ਜਦੋਂ ਬੰਦਾ ਚਲਾਣਾ ਕਰ ਜਾਂਦਾ ਹੈ ਉਦੋਂ ਭੋਗ ਤੋਂ ਬਾਅਦ ਇਹ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਇਹ ਵੀ ਕੁਝ ਨਾਲ ਜ਼ਰੂਰ ਚਾਨਣਾ ਪਾਇਆ ਜੀ ਕਦੋਂ ਤੋਂ ਰਵਾਇਤਾਂ ਤੇ ਕਦੋਂ ਵੀ ਸਾਡੇ ਵਿੱਚ ਇਹ ਚੀਜ਼ਾਂ ਆਈਆਂ। ਬਾਕੀ ਉਹਨਾਂ ਪਾਸੋਂ ਉਹਨਾਂ ਦੇ ਜਿਹੜੇ ਲੇਖਕ ਹਨ ਜੋ ਬਾਬਾ ਸੁੰਦਰ ਜੀ ਹਨ, ਉਹਨਾਂ ਦੇ ਜੀਵਨ ਬਾਰੇ ਥੋੜਾ ਜਿਹਾ ਜਿਵੇਂ ਵੀ ਭੈਣ ਜੀ ਸਾਡੇ ਨਾਲ ਸਾਂਝ ਪਾਉਣਗੇ, ਭਾਈ ਸੱਤਾ ਜੀ ਔਰ ਭਾਈ ਬਲਵੰਡ ਜੀ। ਭਾਵਾਂ ਕਿ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਮਾਣ ਬਖਸ਼ਿਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ, ਪਰ ਅੱਜ ਵੀ ਕਈ ਵਾਰ ਅਸੀਂ ਅਣਗਹਿਲੀ ਦੇ ਕਾਰਨ ਜਾਂ ਅਣਜਾਣਪੁਣੇ ਦੇ ਵਿੱਚ ਕਹਿ ਰਹੀਏ, ਅਗਿਆਨਤਾ ਦੇ ਅਧੀਨ ਹੋ ਕੇ ਅੱਜ ਵੀ ਅਸੀਂ ਕਹਿੰਦੇ ਹਾਂ ਸੱਤਾ ਤੇ ਬਲਵੰਡਾ ਜੀ ਦੀ ਵਾਰ, ਔਰ ਸਾਡੀ ਬਾਣੀ ਤੇ ਅੱਜ ਵੀ ਭਾਈ ਸ਼ਬਦ ਸਾਡੇ ਕੋਲ ਅੱਜ ਵੀ ਨਹੀਂ ਜੁੜਿਆ। ਪਰ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਨਾਂ ਨੂੰ ਮਾਣ ਮਿਲਿਆ ਹੈ ਤੇ ਅੱਜ ਸਾਨੂੰ ਚਾਹੀਦਾ ਵਾ ਵੀ ਸਾਨੂੰ ਸਤਿਕਾਰ ਦੇ ਨਾਲ ਭਾਈ ਸੱਤਾ ਜੀ ਔਰ ਭਾਈ ਸਤਿਕਾਰਯੋਗ ਭਾਈ ਬਲਵੰਡ ਜੀ ਉਹਨਾਂ ਦੇ ਨਾਮ ਅਸੀਂ ਜ਼ਰੂਰ ਆਪਾਂ ਏਦਾਂ ਸਤਿਕਾਰ ਨਾਲ ਬੁਲਾਈਏ, ਪਰ ਅਸੀਂ ਉਹਨਾਂ ਨੂੰ ਅੱਜ ਵੀ ਨਾ ਬਖਸ਼ਿਆ ਤੇ ਭਾਈ ਸੱਤਾ ਜੀ ਕਦੀ ਕਦੀ ਆਪਾਂ ਬਲਵੰਡਾ ਜੀ ਵੀ ਕਹਿ ਜਾਂਦੇ ਹਾਂ, ਜੋ ਕਿ ਇੱਕ ਉਹਨਾਂ ਦੇ ਨਾਮ ਦੇ ਨਾਲ ਸਤਿਕਾਰ ਵਜੋਂ ਅਸੀਂ ਨਹੀਂ ਲੈਂਦੇ। ਸੋ ਆਓ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ ਭੈਣ ਮਨਦੀਪ ਕੌਰ ਜੀ, ਉਹਨਾਂ ਦੇ ਪਾਸੋਂ ਸੁਣਦੇ ਹਾਂ ਅੱਜ ਦੀ ਵਿਚਾਰ। ਸ਼ੁਰੂਆਤ ਕਰਦੇ ਹਾਂ ਜੀ। ਜੀ ਆਇਆਂ ਨੂੰ ਮਨਦੀਪ ਕੌਰ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਵੇਂ ਕਿ ਵੀਰ ਜੀ ਹਣਾ ਨੇ ਚਾਨਣਾ ਪਾਇਆ ਹੀ ਆ, ਦੱਸਿਆ ਹੀ ਆ ਵੀਰ ਜੀ ਹਣਾ ਨੇ ਕਿ ਅੱਜ ਦੀ ਜਿਹੜੀ ਵਿਚਾਰ ਆ, ਜਿਵੇਂ ਪਿਛਲੇ ਹਫ਼ਤੇ ਆਪਾਂ ਪਿਛਲੀ ਕਲਾਸ ਦੇ ਵਿੱਚ ਵਿਚਾਰ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ 3 ਗੁਰਸਿੱਖਾਂ ਦੀ ਬਾਣੀ ਦਰਜ ਆ, ਤੇ ਕਿਵੇਂ ਦੇਖੋ ਕਿੱਡਾ ਵਧੀਆ ਸੁਮੇਲ ਆ ਵੀ ਉਹਨਾਂ ਤਿੰਨਾਂ ਹੀ ਗੁਰਸਿੱਖਾਂ ਦੀ ਜਿਹੜੀ ਬਾਣੀ ਆ ਉਹ ਇੱਕ ਹੀ ਰਾਗ ਦੇ ਅੰਦਰ ਦਰਜ ਆ, ਜਿਨ੍ਹਾਂ ਦੇ ਵਿੱਚ ਰਾਮਕਲੀ ਸਦ ਬਾਬਾ ਸੁੰਦਰ ਜੀ ਦੀ, ਤੇ ਦੂਸਰੀ ਜਿਹੜੀ ਹੈਗੀ ਆ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਭਾਈ ਸੱਤਾ ਜੀ, ਜਿਹੜੇ ਉਹਨਾਂ ਨੂੰ ਸੱਤੇ ਡੂਮ ਆਖੀ ਵੈਸੇ ਤੇ ਇਸ ਤਰ੍ਹਾਂ ਲਿਖਿਆ ਹੋਇਆ ਹੈ ਭਾਈ ਸੱਤਾ ਜੀ ਦੀ। ਇਹਨਾਂ ਦੋਨਾਂ ਹੀ ਬਾਣੀਆਂ ਨੂੰ ਆਪਾਂ ਜਿਹੜਾ ਸ਼ਾਰਟ ਦੇ ਵਿੱਚ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ, ਕਿ ਸਾਡੇ ਮਨਾਂ ਦੇ ਵਿੱਚ ਇਸ ਗੱਲ ਦੇ ਬੜੇ ਭਰਮ ਭੁਲੇਖੇ ਵੀ ਪਾਏ ਜਾਂਦੇ ਆ ਕਿ ਇਹ ਜਿਹੜੀ ਬਾਣੀ ਆ ਸਦ, ਜਿਵੇਂ ਵੀਰ ਜੀ ਉਹਨਾਂ ਨੇ ਆਖਿਆ ਵੀ ਸਦ ਬਾਣੀ ਜਿਹੜੀ ਆ ਜਿਸ ਵੇਲੇ ਕੋਈ ਵੀ ਪ੍ਰਾਣੀ ਚੜਾਈ ਕਰ ਜਾਂਦਾ ਹੈ ਤੇ ਜਿਸ ਵੇਲੇ ਉਹਨਾਂ ਦਾ ਆਪਾਂ ਭੋਗ ਪਾਉਂਦੇ ਹਾਂ, ਆਪਾਂ ਆਖਦੇ ਹਾਂ ਵੀ ਅੰਤਮ ਅਰਦਾਸ, ਇਹ ਵੀ ਗੱਲ ਆਪਣੇ ਅੱਗੇ ਜਾ ਕੇ ਜ਼ਰੂਰ ਕਰਾਂਗੇ ਕਿ ਅਰਦਾਸ ਕਦੇ ਵੀ ਅੰਤਮ ਹੋ ਰਿਹਾ ਕਰਾਂਗੇ। ਜਿਸ ਵੇਲੇ ਭੋਗ ਪੈਂਦੇ ਨੇ ਤੇ ਉਸ ਵੇਲੇ ਨਾਲ ਰਾਮਕਲੀ ਦੀ ਸਦ ਜਿਹੜੀ ਆ ਇਹ ਵੀ ਪੜ੍ਹੀ ਜਾਂਦੀ ਆ। ਇਹ ਵਿਚਾਰ ਕੇ ਪੜ੍ਹੀ ਜਾਂਦੀ ਆ ਵੀ ਇਹ ਪੜ੍ਹਨਾ ਬਹੁਤ ਜ਼ਰੂਰੀ ਆ ਜੀ, ਇਹ ਬਾਅਦ ਵਿੱਚ ਇਸ ਤਰ੍ਹਾਂ ਇਹਦੇ ਵਿੱਚ ਲਿਖਿਆ ਹੈ ਵੀ ਇਹ ਸਭ ਕੁਝ ਇਸ ਤਰ੍ਹਾਂ ਪੜ੍ਹਨਾ, ਕਿਉਂ ਬਿਨਾਂ ਵਿਚਾਰ ਤੋਂ ਜਿੰਨੀ ਦੇਰ ਤੱਕ ਆਪਾਂ ਕਿਸੇ ਬਾਣੀ ਦੀ ਵਿਚਾਰ ਨਹੀਂ ਕਰਦੇ ਉਨੀ ਦੇਰ ਤੱਕ ਭਰਮ ਭੁਲੇਖਿਆਂ ਦੇ ਵਿੱਚ ਪਏ ਆਪਾਂ ਬਹੁਤ ਕੁਛ ਗੁਰਬਾਣੀ ਇੰਝ ਹੀ ਪੜ੍ਹੀ ਜਾਂਦੇ ਆ। ਤੇ ਇਸ ਕਰਕੇ ਮਨ ਦੇ ਵਿੱਚ ਆਇਆ ਵੀ ਜਿਹੜੀਆਂ ਇਹ ਦੋਨੋਂ ਬਾਣੀਆਂ ਨੇ ਇਹਨਾਂ ਦੀ ਜਿਹੜੀ ਵਿਚਾਰ ਆਪਾਂ ਰਲ ਮਿਲ ਕੇ ਸਾਂਝੀ ਕਰੀਏ। ਤੇ ਕੋਈ 45 ਮਿੰਟਸ ਜਾਂ ਮੈਂ ਇੰਨਾ ਕੁ ਟਾਈਮ ਲਵਾਂਗੀ ਤੇ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ। ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਫਿਰ ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 923 ਅੰਕ ਤੇ ਜਿਹੜੀ ਇਹ ਵਾਲੀ ਬਾਣੀ ਆ ਇਹ ਸ਼ੁਰੂ ਹੁੰਦੀ ਆ ਰਾਮਕਲੀ ਸਦ, ਇਸ ਬਾਣੀ ਦਾ ਨਾਮ ਹੈ। ਔਰ ਇਹ ਵੀ ਇੱਕ ਬਹੁਤ ਖੂਬਸੂਰਤ ਸੁਮੇਲ ਆ। ਇਹ ਗੁਰੂ ਅਮਰਦਾਸ ਜੀ ਦੇ ਪੜਪੋਤਰੇ ਬਾਬਾ ਸੁੰਦਰ ਜੀ ਉਹਨਾਂ ਦੀ ਰਚਨਾ ਹੈ, ਜਿੱਥੇ ਪੜਦਾਦੇ ਦੀ ਬਾਣੀ ਸਮਾਪਤ ਹੁੰਦੀ ਆ 922 ਅੰਕ ਤੇ ਪੜਪੋਤਰੇ ਦੀ ਬਾਣੀ ਨਾਲ ਹੀ ਸ਼ੁਰੂ ਹੋ ਜਾਂਦੀ ਆ 923 ਅੰਕ ਤੋਂ। ਨਾਮ ਦਿੱਤਾ ਗਿਆ ਹੈ ਰਾਮਕਲੀ ਸਦ। ਰਾਮਕਲੀ ਰਾਗ ਦਾ ਨਾਮ ਹੈ ਤੇ ਬਾਣੀ ਦਾ ਨਾਮ ਹੈਗਾ ਹੈ ਸਦ। ਸਦ ਤੋਂ ਭਾਵ ਹੁੰਦਾ ਹੈ ਕੋਈ ਆਵਾਜ਼ ਪੈਣੀ, ਕੋਈ ਸੁਨੇਹਾ ਆਉਣਾ, ਜਾਂ ਕੋਈ ਮੈਸੇਜ ਜਿਹੜਾ ਵਾ ਬੜਾ ਇੰਪੋਰਟੈਂਟ ਮੈਸੇਜ ਜਿਹੜਾ ਉਹ ਆਉਣਾ, ਉਹਨੂੰ ਆਖਿਆ ਜਾਂਦਾ ਹੈ ਸਦ। ਬਹੁਤਾ ਕਰਕੇ ਜਿਵੇਂ ਆਪਾਂ ਪਿਛਲੇ ਹਫ਼ਤੇ ਵਿਚਾਰਿਆ ਸੀ ਸਰਲੇਖਾਂ ਦੇ ਅਧੀਨ, ਸਰਲੇਖ ਜਿਹੜੇ ਵੀ ਨੇ, ਬਹੁਤਾ ਕਰਕੇ ਜਦੋਂ ਆਪਾਂ ਸਰਲੇਖ ਪੜ੍ਹਦੇ ਹਾਂ ਕਿਸੇ ਵੀ ਬਾਣੀ ਦਾ ਤੇ ਆਪਾਂ ਨੂੰ ਸਰਲੇਖ ਦੇ ਵਿੱਚ ਪਤਾ ਲੱਗ ਜਾਂਦਾ ਹੈ ਕਿ ਇਹ ਸਰਲੇਖ ਆ ਤੇ
इस सिरलेख दे विच जिहड़ा है वो बाणी जिहड़ी आ वो की लिखी होएगी। जिवें 12 माह सिरलेख आउंदा है, 12 माह दे विच आपां नूं स्पष्ट हो जांदा है भी 12 महीनों का जिक्र जिहड़ा वो कीता गया है। इसे तरह थित्तियां जां 7 वार या जिवें 7 वारां दा उन्हां दे विच जिक्र कीता गया है, ये आपां नूं स्पष्ट हो जांदा है। इस बाणी दे विच सद जिहड़ा लिखिया गया है, सद तो भाव हुंदा है आवाज जां मैसेज। गुरु ग्रंथ साहब महाराज दे विच सद जिहड़ा अखर आया वा औंकड़ दे नाल भी आया, बिना औंकड़ तो भी आया, ते सदड़े सदड़ा जिहड़ा शब्द आ वो भी आया है। आपां गुरबाणी दे विच पढ़दे हां, तेरा सदड़ा सुनीजै भाई जे को बहे अलाए, जां आपां पढ़दे हां दिन रात दोए सद्दे पए, ये भी आपां अक्सर गुरबाणी दे विच पढ़दे हां। इहदे विच सानूं समझ लगदी है कि जिहड़ी अंदरली काया है, जिहड़ी साडी अंदरली सत्ता है, साडी बाहरली काया दे नाल गलबात करदी है। बाहरली काया आखदी है भी इस तरह नहीं हो सकदा कि आपां सारी आपां तमाम हमेशा आपां इकट्ठे ही रहिए। अंदरली ताकत नूं सवाल करदी है ते अंदरली ताकत उस गल दा जवाब दिंदी आ, आखदी आ फिर कहया हूं हुक्मी बंदा ओ भारो ठाकुर जिस कान ना छंदा, जिचर राखै तिचर तुम संग रहना, जां सद्दे तां उठ सदासा है। इत्था भाव आ कि सद्दे दा मतलब आ हुक्म। जिस वेले आवाज पै गई, हुक्म आ गया, जिस वेले उस अकाल पुरख ने सद लिया, मैसेज आ गया, उस वेले एक काया जिहड़ी साडी आ बाहरली अंदरली सत्ता है वो अलग अलग हो जाएगी। जां आपां अक्सर सोहला साहब दी बाणी पढ़दे हां, उहदे विच आपां इह भी पढ़दे हां, घर घर इहो पहुंचा सजड़े नित पवन, सदन हारा सिमरिए नानक से दे अवन। भी हर घर दे विच, घर दा मतलब हर अंदर हर शरीर दे विच ये आवाज़ां पै रहियां है, ये सद्दे पै रहे आ कि वो सदन हारा जिहड़ा है वो किसे वेले भी जिहड़ा सानू आवाज़ ये हर वेले अपनी जिहड़ी इस सिर दे उत्ते जानना चाहिदा कि किसे वेले भी आवाज़ जिहड़ी आ वो पै सकदी है। सो इहदे विच सद्दा कह लीए, सदड़ा कह लीए जां सद्दे कह लीए, ये एक भाषा दी रवानगी है। जिवें उस दिन इस तो पिछली क्लास दे विच आपां गल करदे सी कि जिहड़ी ग्रामर है वो बहुत जरूरी है। ये वाकया गल सही है, ग्रामर जरूरी होने वास्ते जिहड़ी भाषा दी रवानगी आ उहदा होना भी नाल बहुत जरूरी आ। इहदे विच हर एक दे अपने अपने विचार आ। जिवें बच्चा आखदा है मां, माता जां अमड़ी। हुण मां आखी इन्हां दी आपां ट्रांसलेशन कर लईए तो ट्रांसलेशन दे विच इन्हां दा मदर ही आऊगा, होर कोई वर्ड नहीं आ सकदा। पर मां कहण च, माता कहण च ते अमड़ी कहण दे विच जिहड़ी भाषा दा रस आ, जिहड़ी भाषा दी रवानगी है ना, ਉਹਦਾ फर्क पै जाता। जज्बातां दा अंदरले जज्बातां दा फर्क जिहड़ा ਉਹ ਜ਼ਰੂਰ पैंदा। कोई आपां मिठी चीज़ खाने आ, सानू कोई पुछ लवे किस तरह दा ते आपां कह दिंदे आ हाँ मिठा है। ते जे कोई सानू बहुत चंगी चीज़ लगे आपां आखदे आ मिठड़ा। जदों असीं राड़े नूं कन्ना ला के मिठड़ा आखदे आ ना ते उस वेले जिहड़ी भाषा दा फर्क, जिहड़े अंदरले जज्बातां दा ना ਉਹ फर्क पै जांदा है। इस करके जदों आपां गुरबाणी पढ़दे आ ते सानू नाल जिहड़ी भाषा दी रवानगी आ उहदे बारे भी नाल सुचेत होना बहुत जरूरी है। सो आपां अज जे इस बाणी दी गल कर रहे हैं जिहदा नाम सद आ, इहदा रचनाकार जिहड़े हैगे ने ਉਹ बाबा सुंदर जी ने। बाबा सुंदर जी गुरु अमरदास जी दे पड़पोतरे ने। गुरु अमरदास जी दे दो पुत्र ने, बाबा मोहन जी ते बाबा मोहरी जी। बाबा मोहन जी का एक पुत्र है सहंसर राम करके, ते बाबा मोहरी जी के 3 पुत्र होए ने। उन्हां दा नाम बाबा अर्थमल, बाबा आनंद जी, बाबा अरजानी मल। ते जिहड़े बाबा सुंदर जी ने उन्हां दा जन्म वो बाबा आनंद जी के ग्रह विखे होया है। इस हिसाब नाल वो गुरु अमरदास जी के पड़पोतरे लगे। ते ये भी गल इतिहास सानू गवाही दिंदा है कि जिस वेले गुरु अमरदास जी ज्योति जोत समाए ने, जिस वेले उन्होंने ये जिहड़ी बाणी आपां विचारनी आ, ये वाली बाणी सारे गुरसिखां नूं अपने परिवार के मैंबरां नूं सद के उपदेश कीते ने, उस वेले हाली तक बाबा सुंदर जी का जन्म नहीं सी होया। कई बारी मन दे विच सवाल पैदा हो जाता है कि जे उस वेले तक हाली बाबा सुंदर जी का जन्म ही नहीं सी होया तो फिर उन्होंने किवें ये वाली बाणी रच दित्ती। उहदे विच ये गल आउंदी है कि उस वेले बाबा सुंदर जी भावें आप तो नहीं सी उन्हां दा जन्म होया, पर क्योंकि उन्हां दे परिवारक मैंबर, उन्हां दे पिता जी बाबा मोहरी जी
सॉरी बाबा आनंद जी ते उन्हां दे दादा बाबा मोरी जी वो उस वेले उत्थे हाजिर सन। ते होर सब तो वड्डा सबूत जिहड़ा मिलदा है धन धन गुरु अर्जन पातशाह जिस वेले उन बाबा जी ज्योति जोत समाए ने गुरु अमरदास पातशाह, उस वेले गुरु अर्जन पातशाह की जिहड़ी उम्र आ वो 11 साल तो उपर सी ते होर सिख संगतां भी उत्थे मौजूद सन। सो बाबा सुंदर जी दे कोल ये सारे एविडेंस, ये सारियां गल्लां जिहड़ियां हूबहू उन्हां दे घर दे दस्सण वाले मौजूद सन। ते गुरु अर्जन पातशाह ने क्योंकि वो उस घर दा उस खानदान दे चिराग सी बाबा सुंदर जी, उन्हां नूं ये गल आखी कि तुसीं जो भी गुरु अमरदास जी ने उस वेले संगतां नूं उपदेश दिता है इस उपदेश नूं तुसीं लिखो, कलम बंद करो। जिस वेले उन्हां ने कलम बंद किया, गुरु अर्जन पातशाह ने उन्होंने सोध के सुधाई करके पोथी साहिब दे विच दर्ज किया। जिवें आपां उस दिन भी गल कीती सी कि उस वेले नाम पोथी साहिब सी, पोथी साहिब दे विच दर्ज किया। ते उस समय गुरु अमरदास जी दे परिवार दे मैंबरां ने जो उन्हां नूं दस्सिया जां जो गुरु अर्जन पातशाह ने दस्सिया, वो सारियां चीज़ां जदों कलमबंद हो गईयां ते वो पोथी साहिब दे विच जदों दर्ज हो गईयां ते ओहदा जिहड़ा उपदेश आ अज आपां वो इस तरह साझा करांगे कि इस बाणी दियां 6 बंद ने, 6 बंद आख लो जां 6 पौड़ियां आख लो। ये 6 बंदां वाली जिहड़ी बाणी आ इहदे विच सानूं पता लगदा है कि सिख दा जिहड़ा रिश्ता है वो गुरु दे नाल हुक्म मनण दा रिश्ता है। हुक्म मन के जे असी गुरु दा हुक्म ही नहीं मनदे ते फिर असी सिख भी काहदे होए। सिख असी तां ही आ जे असी गुरु दे कहे होए हर हुक्म दे उत्ते फुल चढ़ाउंदे आ। सो जिस वेले गुरु अमरदास जी ने अपना निकट समा नजदीक जानिया, उस समय नूं नजदीक जान के उन्होंने अपने परिवार के सारे मैंबरां नूं, होर निकटवर्ती रिश्तेदारां नूं, सब नूं जदों सद्दा भेजिया, सद्दिया ते ये गल आखी कि कोई मित्र प्यारा जिस वेले किसी भी मित्र नूं कोई बहुत सत्कार मिले, बड़ा ओहदा नाम हो जाए, ते इस गल दा जिहड़ा दूसरा मित्र आ उन्होंने रंज नहीं होना चाहिए, उन्होंने अफसोस नहीं होना चाहिए, उन्होंने ओहदी खुशी होनी चाहिए है कि मेरे इस मित्र प्यारे नूं इस गल दी नामना मिलिया है, वडियाई मिली है। मित पैजे मित बिगसै जिस मित की पैज भावे। क्योंकि ये गल कि गुरु अमरदास जी ने समझाई कि मैनू अपना मित्र प्यारा जान के मेरा हुण आखिरी समा आया है, तुसी इस गल दा रंज, इस गल दा अफसोस ना करना अपने मना दे विच, इस गल नूं अपने मना दे विच ये जान के खुश होना कि मैं गुरु नानक पातशाह दा उपदेश, धन धन गुरु अंगद पातशाह दा उपदेश जिहड़ा वा वो अपने पल्ले बन्निया, उहदे नाल अपनी सारी जिंदगी जिहड़ी आ वो जीवी आ। ते इस वेले भी मेरे जीवन दे विच मेरे जान लग्या भी मेरे पल्ले ते जिहड़ा मेरा जीवन आ वो गुरु महाराज दे नाम दी बरकत दे नाल भरिया पिया है। अंते सतगुर बोलिया मैं पिछे कीर्तन करियो नरबान जी। ते जिस वेले मैं चला जावां मेरे पिछों जिहड़ा कीर्तन आ वो नरबान तो भाव वासना रहत होके। जे आपां मुक्ति भी मंगदे आ ना, मुक्ति दी अरदास भी करदे आ ते उहनूं भी गुरबाणी दे विच वासना आख्या गया है। अगे आपे वो शब्द साझा जरूर करते हैं। सो निर्बाण कीर्तन करना है, वासना रहत होके कीर्तन करना है। ते जिथों अक्सर असी भुलेखा खाने आ वो आख्या केसो गोपाल पंडित सद्यो, हर हर कथा पढ़े पुराण जियो। हुण असी इथों भुलेखा खा लिया जिस वेले आपां विचार नहीं कीती ते भुलेखा ये खाधा भी शायद केसो गोपाल नां दा कोई पंडित सी उस वेले ते ओनू सच्चे पातशाह ने आख्या भी मेरे मगरों उस केसो गोपाल पंडित नूं सद लैणा ते ओनू सद के आखना भी ओ पुराण दी कथा तो भाव गरुड़ पुराण जिहड़ा ना चाहुंदे होया भी सानू ना पता हुंदे होया भी अज साडे घरां दे विच गरुड़ पुराण शामिल है। जो असी अंतिम समय रस्मां करते हैं वो गरुड़ पुराण दीयां रस्मां करते हैं, भांडे देने, बिस्तरे देने, सब कुछ करना, जो भी ये सारा कुछ है ये गरुड़ पुराण च लिखिया। ये जड़ियां रस्मां असी इत्थों बहुत वड्डा साडी कौम दे विच एक भुलेखा आण पिया भी शायद उस वेले केसो गोपाल नाम दा जिहड़ा पंडित आ ओनू सद्दिया गया। जदों कि केसो तो भाव आ आपां बाबा कबीर जी दा शब्द पढ़दे आ, कबीर केसो केसो कूकीए ना सोइए आसार, रात दिवस के कूकणे कबू के सुने पुकार। केसो तो भाव वो केसां वाला अकाल पुरख प्रभु।
क्योंकि जिहड़ा सरगुण स्वरूप, एक निर्गुण स्वरूप, एक सरगुण स्वरूप, जिहड़ा सरगुण स्वरूप जिहड़ा महाराज ने गुरबाणी दे विच अकाल पुरख दा चितरिया है ना, वो आपां नूं स्पष्ट हुंदा वा, तेरे बंके लोएन दंत रसाला, सोहणे नक लंबड़े जनवाला। वाला वाला स्वरूप, सरगुण स्वरूप जिहड़ा वो सानूं इत्थों स्पष्ट हुंदा है। जां आपां कह लईए केसां का कर चवर ढलावां, जां आपां जदों बाबा फरीद जी दा पढ़दे आ, सिर पलिया दाढ़ी पली मुच्छां भी भलियां, जां आपां बाबा फरीद जी पढ़दे आ मैं भुलावा पग दा। ये सारियां जिहड़ियां उदाहरणां ने, ये एक केसां वाला बंदा ही दऊगा। हुण जिन्ने सिर दे उत्ते टोपी पाई नहीं, वो टोपी दे उदाहरण दऊगा भी क्यों? ये गल सोचण वाली आ। सो इत्थे जिहड़ा शब्द आ केसो गोपाल पंडित, इत्थे जिहड़ा पंडित आ, पंडित दे तत्ते दे थल्ले औंकड़ भी हैगा। इहदे तो भाव आ कि इत्थे जिहड़ा पंडित शब्द आ, ये बहुवचन दे नाल आया है। बहुवचन तो भाव आ पंडित दा आपां पढ़दे आ कि पंडित किहनूं आख्या गया, पंडित दी परिभाषा, सो पंडित जो मन प्रबोधे, राम नाम आत्म में सोधे, राम नाम सार रस पीवे, उस पंडित के उपदेश जग जीवे। जां आपां पढ़दे आ, सो पंडित जो तेहा गुणा की पांडे उतारे, अंधे नेको नाम बखाने, आपां इह भी पढ़दे। असल दे विच पंडित उन्होंने आख्या गया, महाराज ने आख्या केसो गोपाल पंडित तो भावा केसां वाले गोपाल दे पंडित। जिवें आपां इत्थे सारे इकट्ठे होए हैं, आपां सारे कुछ ना कुछ सीखण वास्ते इकट्ठे होए हैं। कोई ना कोई चीज आपां समझदे हैं कि साडी जिहदे नाल आत्मा दे विच सोध होवे, साडी आत्मा सोधी जावे, साडा जिहड़ा मन है वो सोधिया जावे। इस हिसाब नाल जे असीं इह गल आख लईए भी आपां भी एक उस अकाल पुरख दे पंडित, आपां कुछ सीखण वास्ते, अपनी आत्मा नूं सोधण वास्ते इकट्ठे होए हैं, ते कोई आपे कथनी नहीं। सो महाराज ने यह गल आखी कि केसो गोपाल पंडित सद्यो, जानी जेड़े केसां वाले गोपाल दे पंडित, वो सतसंगी, वो वाले सतसंगी सदना, और ऐसी संगत करना, ऐसे सतसंगियां नूं सदना, हर हर कथा पढ़े पुराण जियो कि उस अकाल पुरख दे, उस हरि दे, उहदे गुण जिहड़े ने अपने मन च वसाउणे ने, उन्हां गुणां दे नाल ये सोचना सच ते झूठ दी पछाण करनी आ, धर्म धीरज की पछाण करनी आ। ये जिहड़े गुणां नाल सानू जिंदगी जीण वास्ते समझाया गया है, इन्हां गुणां की पछाण करनी आ, ओही मेरे वास्ते पुराणा दी कथा है। हर कथा पढ़िए, हर नाम सुनिए, बेबान हर रंग भावे। बेबान तो भावा पिछले समयां दे विच जिहड़ा बंदा बहुत लंबी उम्र भोग के जाया करदा सी, उहनूं वाजियां गाजियां दे नाल गुब्बारे ला के कई कुछ करके उहदा बेबान कड्ढिया जांदा सी। आखदे सी भी इहदा बेबान कड्ढिया है, भी इह इन्ना कुत्ता पड़पोतरियां वाला होके चलिया है, इहदा बेबान कड्ढिया। महाराज ने आख्या कि हरि दे रंग विच रंगे जाना, उहदे गुणां नाल सांझ पाउणी, इहो ही मेरा बेबान कड्ढना है। इस तो इलावा होर मेरा कोई बेबान कड्ढण दी लोड़ नहीं है। अगे आख्या पिंड पत्तल किरिया दीवा फुल हर सर पावे, भी ना मेरे पिंड भराउण दी लोड़ आ। जिवें पिंड भराए जांदे सी चौलां दे आटे दे जां जौं दे आटे दे पिन्ने बना के रखे जांदे सी। अज भी सराधां दे दिनां दे विच इलाहाबाद दे विच इस तरह के कर्मकांड जां हिंदू वीरां च कर्मकांड बड़े हुंदे। हिंदू वीरां नूं छड्डो, साडे विच बहुत इस तरह के कर्मकांड आ। असीं धोतियां वालियां पंडितां नूं, बोदियां वालियां नूं नहीं सददे, असीं पग्गां वालियां नूं सद लैंदे, असीं उन्हां नूं कह दिंदे आ कि असीं श्राद्ध करने आ। खैर वो एक वखरा टॉपिक आ। सो महाराज ने आख्या ना मेरे पिंड भराउण दी लोड़ आ, ना मेरी कोई जिहड़ी किरिया है वो करन दी लोड़ आ, ते ना ही आख्या भी दीवा जगाउण दी। दीवा भी एक मानता मन्नी जाती सी भी जिस जगह ते मृतक प्राणी नूं इशनान कराया जांदा सी, जां जिस जगह ते मृतक प्राणी नूं जिहड़ा वा उन्हां दे संस्कार किया जांदा सी, उस जगह दे उत्ते दीवा जगा के रखिया जांदा सी, तां कि अगला जिहड़ा रस्ता है उहनूं उत्थे चानण मिले, हनेरा ना मिले। ये पता नहीं किस तरह दी धारनावां ने, ये मन्निया जांदियां सी भी दीवा जगा के जरूर रखना। महाराज ने आख्या मेरे इन्हां कर्म कांडां दी मैनूं कोई लोड़ नहीं, मेरे मगरों कोई कर्म कांड इहो जे नहीं करने। और फुल हर सर पावे, जिहड़े फुल जिहड़े आपां हड्डियां नूं कहा जांदा है, सानूं तां वैसे रहतनामे दे विच हुक्म आ भी जिहड़ा अंगीठा है वो इकट्ठा ही सांभिया जावे। वो वखरी गल आ भी असीं भी फुल वखरे चुगदे आ, मिट्टी वखरी करदे आ, बहुत कुछ करदे आ। बाकी फुल जिहड़े हर सर पाउण तो भाव आ भी रब दे सतसंगियां तो मैं कुर्बान जाना है। ओहो ही मेरे जे कथा कीर्तन करन, जिहड़े दसे होए गुण आ गुरु नानक पातशाह दे, धन धन गुरु अंगद महाराज दे,
ਤੇ ਜੋ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਆ ਇਹਨੂੰ ਆਪਣੇ ਮਨ ਦੇ ਵਿੱਚ ਵਸਾਉਣਾ, ਇਸ ਬਾਣੀ ਨੂੰ ਆਪਣੇ ਮਨ 'ਚ ਵਸਾ ਕੇ ਇਹਨਾਂ ਗੁਣਾਂ ਦੇ ਨਾਲ ਆਪਣੀ ਜ਼ਿੰਦਗੀ ਜੀਣੀ, ਇਹਨਾਂ ਗੁਣਾਂ ਦੀ ਆਪਸ ਦੇ ਵਿੱਚ ਸਾਂਝ ਕਰਨੀ, ਇਹੋ ਹੀ ਸਾਰਾ ਕੁਝ ਮੇਰੇ ਵਾਸਤੇ ਪਿੰਡ ਆ, ਪੱਤਲ ਆ, ਕਿਰਿਆ, ਇਹ ਸਭ ਕੁਝ ਇਹੋ ਹੀ ਆ। ਅੱਗੇ ਗੱਲ ਆ ਜਾਂਦੀ ਆ ਗੁਰਤਾ ਗੱਦੀ ਦੀ। ਜਿਹੜਾ ਇਹਦੇ ਵਿੱਚ ਮੇਨ ਨੁਕਤਾ ਹੈ ਉਹ ਗੁਰਤਾ ਗੱਦੀ ਦਾ ਹੈ। ਗੁਰਤਾ ਗੱਦੀ ਵਾਸਤੇ ਆਖਿਆ ਗਿਆ ਰਾਮਦਾਸ ਸੋਢੀ ਤਿਲਕ ਦਿਆ ਗੁਰ ਸ਼ਬਦ ਸੱਚ ਨਿਸਾਂਝਿਓ। ਵੀ ਗੁਰੂ ਰਾਮਦਾਸ ਜਿਨ੍ਹਾਂ ਦਾ ਨਾਮ ਉਸ ਵੇਲੇ ਭਾਈ ਜੇਠਾ ਜੀ ਸੀ, ਉਹਨਾਂ ਨੂੰ ਸ਼ਬਦ ਦਾ ਤਿਲਕ ਦਿੱਤਾ। ਜਿਹੜਾ ਆਪਣੇ ਵਿੱਚ ਇਹ ਗੱਲ ਆਖੀ ਜਾਂਦੀ ਆ ਕਿ ਜਿਹੜਾ ਤਿਲਕ ਆ ਉਹ ਦੂਸਰਾ ਲਾਇਆ ਜਾਂਦਾ ਜੀ, ਨਾਰੀਅਲ ਰੱਖਿਆ ਜਾਂਦਾ, ਇਹਦੇ ਬਾਰੇ ਮੈਂ ਕੋਈ ਐਵੀਡੈਂਸ ਬਿਲਕੁਲ ਪੱਕਾ ਨਹੀਂ ਹੈਗਾ, ਮੈਂ ਕਹਿ ਨਹੀਂ ਸਕਦੀ। ਇੰਨਾ ਜ਼ਰੂਰ ਮੈਂ ਪੜ੍ਹਿਆ ਹਰ ਜਗ੍ਹਾ ਦੇ ਵੀ ਸ਼ਬਦ ਦਾ ਜਿਹੜਾ ਤਿਲਕ ਆ, ਕਿਉਂਕਿ ਇਸ ਬਾਣੀ 'ਚ ਵੀ ਸਾਨੂੰ ਸਹਿਜੇ ਹੀ ਪਤਾ ਲੱਗਦਾ ਵੀ ਸ਼ਬਦ ਦਾ ਤਿਲਕ ਦੇਣ ਦਾ ਭਾਵ ਆ ਪ੍ਰਮਾਣਿਕ ਕਰ ਦਿੱਤਾ। ਇਹ ਗੱਲ ਆਖ ਦਿੱਤੀ ਵੀ ਅੱਜ ਤੋਂ ਬਾਅਦ ਇਹ ਗੁਰੂ ਰਾਮਦਾਸ, ਇਹ ਮੇਰੀ ਜੋਤ ਤੇ ਜੁਗਤ ਦੇ ਜਿਹੜੇ ਵਾਰਿਸ ਆ ਉਹ ਗੁਰੂ ਰਾਮਦਾਸ ਜੀ ਹੋਣਗੇ। ਇਸ ਗੱਲ ਨੂੰ ਜਦੋਂ ਗੁਰੂ ਅਮਰਦਾਸ ਜੀ ਨੇ ਆਖਿਆ ਤਾਂ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮੰਨ ਲਈ ਰਜ਼ਾਏ ਜਿਓ। ਸਾਰੇ ਗੁਰਸਿੱਖਾਂ ਨੇ ਇਸ ਗੱਲ ਦੇ ਵਿੱਚ ਹਾਂ 'ਚ ਹਾਂ ਮਿਲਾਈ, ਰਜ਼ਾ ਮੰਨੀ ਉਹਨਾਂ ਦੀ। ਤੇ ਹੋਇਆ ਕਿ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੇ ਪੈਰੀ ਪਾਏ ਜਿਓ। ਤੇ ਸਭ ਤੋਂ ਅੱਗੇ ਬਾਬਾ ਮੋਹਰੀ ਜੀ, ਉਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਸੀਸ ਨਵਾ ਕੇ ਮੱਥਾ ਟੇਕ ਕੇ ਔਰ ਆਪਣੇ ਪਿਤਾ ਜੀ ਦੇ ਅੱਗੇ ਸੁਰਖਰੂ ਹੋਏ। ਉਹਨਾਂ ਨੇ ਇਹ ਗੱਲ ਮੰਨੀ ਵੀ ਹਾਂ ਭਾਈ ਅੱਜ ਤੋਂ ਬਾਅਦ ਗੁਰੂ ਰਾਮਦਾਸ ਜੀ ਜਿਹੜੇ ਨੇ ਉਹ ਜੋਤ ਤੇ ਜੁਗਤ ਦੇ ਜਿਹੜੇ ਵਾਰਸ ਨੇ ਉਹ ਗੁਰੂ ਅਮਰਦਾਸ ਪਾਤਸ਼ਾਹ ਤੋਂ ਬਾਅਦ ਗੁਰੂ ਰਾਮਦਾਸ ਜੀ ਹੋਣਗੇ। ਹੁਣ ਜੇ ਆਪਾਂ ਦੇਖੀਏ ਇਹ ਇਹਦੇ ਇੱਕ ਮੂਲ ਭਾਵ ਸੀ, ਮੁੱਖ ਨੁਕਤੇ ਸੀ ਇਸ ਬਾਣੀ ਦੇ। ਤੇ ਬਾਕੀ ਜਿਹੜਾ ਸਾਡੇ ਵਿੱਚ ਇਹ ਗੱਲ ਆਖੀ ਜਾਂਦੀ ਆ ਵੀ ਬਾਅਦ ਵਿੱਚ ਜੇ ਸਦ ਬਾਣੀ ਨਾ ਪੜ੍ਹੀ ਤੇ ਸ਼ਾਇਦ ਪਤਾ ਨਹੀਂ ਕੀ ਹੋ ਜਾਊਗਾ। ਇਹ ਇੱਕ ਭਰਮ ਬਾਣੀ ਜਿਹੜੀ ਆ ਉਹ ਨਿੱਤ ਪੜੋ, ਬਾਣੀ ਨਿੱਤ ਪੜ੍ਹਨੀ ਚਾਹੀਦੀ। ਆਪਣੇ ਭਾਵੇਂ ਸਦ ਬਾਣੀ ਨੂੰ ਰੋਜ਼ ਦੇ ਆਪਣੇ ਨਿਤਨੇਮ ਦਾ ਹਿੱਸਾ ਬਣਾਈਏ, ਇਹ ਬਹੁਤ ਜ਼ਰੂਰੀ ਆ। ਜਿਸ ਮਰਜ਼ੀ ਬਾਣੀ ਨੂੰ ਆਪਣੇ ਨਿਤਨੇਮ ਦਾ ਹਿੱਸਾ ਬਣਾਈਏ, ਪਰ ਇਹ ਵਹਿਮ ਕਰਨਾ ਵੀ ਜੇ ਇਹ ਬਾਣੀ ਨਾ ਪੜ੍ਹੀ ਗਈ, ਜੇ ਇਸ ਤਰ੍ਹਾਂ ਨਾ ਹੋਇਆ ਤੇ ਫਿਰ ਜਿਹੜਾ ਮ੍ਰਿਤਕ ਦਾ ਅਸੀਂ ਭੋਗ ਪਾਇਆ ਹੈ ਇਹ ਪਤਾ ਨਹੀਂ ਸਿਰੇ ਚੜ੍ਹਨਾ ਕਿ ਨਹੀਂ ਚੜ੍ਹਨਾ। ਇਹ ਸਭ ਇੱਕ ਭਰਮ ਭੁਲੇਖੇ ਜਿਹੜੇ ਨੇ ਇਹ ਗਰੁੜ ਪੁਰਾਣ ਤੋਂ ਆਏ ਨੇ। ਅਸੀਂ ਗਰੁੜ ਪੁਰਾਣ ਨਹੀਂ ਪੜ੍ਹਦੇ, ਪਰ ਉਹ ਰਸਮਾਂ ਜਿਹੜੀਆਂ ਨੇ ਉਹ ਜ਼ਰੂਰ ਅਸੀਂ ਆਪਣੇ ਘਰਾਂ ਦੇ ਵਿੱਚ ਲਿਆਂਦੀਆਂ ਹੋਈਆਂ। ਕਿਉਂਕਿ ਅਸੀਂ ਆਖਦੇ, ਜਦੋਂ ਅਸੀਂ ਅਰਦਾਸ ਕਰਦੇ ਹਾਂ ਨਾ, ਆਪਾਂ ਆਖਦੇ ਹਾਂ ਵੀ ਆਤਮਿਕ ਮੁਕਤੀ ਦੀ ਅਰਦਾਸ। ਹੁਣ ਇਹ ਗੱਲ ਜਿਹੜੀ ਆਤਮਿਕ ਮੁਕਤ ਹੋਣਾ ਹੈ ਉਹ ਜਿੰਦੇ ਜੀ ਹੋਣਾ ਹੈ ਜਾਂ ਮਰਨ ਤੋਂ ਬਾਅਦ ਹੋਣਾ? ਇਹ ਮਰਨ ਤੋਂ ਬਾਅਦ ਕਿਹਨੇ ਵੇਖਿਆ? ਕਿਸੇ ਨੂੰ ਨਹੀਂ ਪਤਾ। ਜਿੰਦੇ ਜੀ ਜਿਹੜੀ ਮੁਕਤੀ ਆ ਆਵਾਗਾਉਣ ਤੋਂ, ਜਿਹੜੇ ਪੰਜਾਂ ਵਿਕਾਰਾਂ ਤੋਂ, ਜਾਂ ਹੋਰ ਸਾਨੂੰ ਪੰਜ ਤਾਂ ਇੱਕ ਦੱਸੇ ਗਏ ਆ, ਹੋਰ ਅਸੀਂ ਕਿੰਨੇ ਵਿਕਾਰਾਂ ਦੇ ਨਾਲ ਆਪਣੀ ਜ਼ਿੰਦਗੀ ਰੋਜ਼ ਦਿਹਾੜੀ ਜੀਂਦੇ ਆ ਇਹ ਕੋਈ ਪਤਾ ਨਹੀਂ। ਇਹਨਾਂ ਵਿਕਾਰਾਂ ਦੇ ਨਾਲ ਅਸੀਂ ਜਿੰਦਿਆਂ ਜੇ ਇਹਨਾਂ ਤੋਂ ਮੁਕਤ ਨਾ ਹੋਏ ਤੇ ਫਿਰ ਮਰਨ ਤੋਂ ਬਾਅਦ ਕਿੰਨੀਆਂ ਵੀ ਅਰਦਾਸਾਂ ਕਰ ਲਓ ਉਹਦਾ ਫਾਇਦਾ ਨਹੀਂ। ਫਾਇਦਾ ਉਹੀ ਹੈ ਜੇ ਅਸੀਂ ਜਿੰਦੇ ਜੀ ਆਪਣਾ, ਕਿਉਂਕਿ ਜਿੰਦੇ ਜੀ ਜੇ ਮੁਕਤ ਨਾ ਹੋਏ, ਜਿਹੜਾ ਮੁਕਤ ਸ਼ਬਦ ਆ ਮੰਮੇ ਨੂੰ ਔਂਕੜ, ਕੱਕਾ ਤੇ ਤੱਤੇ ਨੂੰ ਸਿਹਾਰੀ, ਇਹ ਜਿਹੜਾ ਸ਼ਬਦ ਆ ਇਹ ਕੋਈ 266 ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਇਆ। ਹੁਣ ਇਸ ਸ਼ਬਦ ਨੂੰ ਜਦੋਂ ਆਪਾਂ ਪੜ੍ਹਦੇ ਆ, ਬੇਣੀ ਕਹੇ ਸੁਣੋ ਰੇ ਭਗਤੋ ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਕਿਨ ਦੇਖੀ ਆ? ਜਿੰਦੇ ਜੀ ਜਿਹੜੀ ਮੁਕਤੀ ਆ ਅਸਲ ਚ ਤੇ ਉਹ ਹੀ ਆ। ਨਾਮ ਦਿਓ ਤਰਲੋਚਨ ਕਬੀਰ ਦਾਸਰੋ ਮੁਕਤ ਭਇਓ ਚਮਿਆਰੋ। ਜਾਂ ਆਪਾਂ ਅਕਸਰ ਪੜ੍ਹਦੇ ਆ ਹਸੰਦਿਆਂ ਖਿਲੰਦਿਆਂ ਪੈਨੰਦਿਆਂ ਪਵੰਦਿਆਂ ਵਿੱਚ ਹੋਵੇ ਮੁਕਤ। ਜਾਂ ਆਪਾਂ ਸ਼ਬਦ ਬਹੁਤ ਸੁਣਦੇ ਆ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਕਮਲਾਰੇ ਨਹੀਂ ਕਮਲਾਰੇ, ਆਪਾਂ ਇਸ ਤਰ੍ਹਾਂ ਪੜ੍ਹਦੇ। ਜਾਂ ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਫਿਰ ਜਿਹੜਾ ਇਨਕਲਾਬੀ ਪੱਖ ਸੀ ਗੁਰਬਾਣੀ ਦਾ ਉਹ ਤੇ ਅਸੀਂ ਰੱਦ ਹੀ ਕਰ ਦਿੱਤਾ। ਉਸ ਪੱਖ ਨੂੰ ਤਾਂ ਅਸੀਂ ਮੰਨਿਆ ਹੀ ਕੋਈ ਨਹੀਂ। ਅਸੀਂ ਬਾਅਦ ਵਿੱਚ ਇਹ ਗੱਲ ਆਖ ਦਿੰਦੇ ਆ ਵੀ ਜਿਹੜਾ ਵੀ ਕੋਈ ਪੁਰਾਣੀ ਚੜ੍ਹਾਈ ਕਰ ਗਿਆ ਇਹਦਾ ਬਿਸਤਰਾ ਦੇ ਦਿਓ ਤੇ ਭਾਂਡੇ ਦੇ ਦਿਓ, ਕਿਉਂਕਿ ਪੌਣੇ ਸਾਲ ਤੱਕ ਜੇ ਇਹਦਾ ਵਰੀਣਾ ਨਾ ਕੀਤਾ ਤਾਂ ਉਹ ਪਤਾ ਨਹੀਂ ਜੀ ਇਹਦੇ ਕੋਲ ਵੈਤਰਨੀ ਨਦੀ ਪਾਰ ਹੋਣੀ ਆ ਕਿ ਨਹੀਂ ਹੋਣੀ। ਜਿੰਦੇ ਜੀ ਅਸੀਂ ਕੁਛ ਨਹੀਂ ਕਰਦੇ। ਜਿੰਦੇ ਜੀ ਜੇ ਸੇਵਾ ਕਰਨੀ ਆ ਮਾਂ ਪਿਓ ਦਾ, ਇਹ ਮੈਂ ਦੁਨਿਆਵੀ ਗੱਲ ਕਰ ਰਹੀ ਹਾਂ, ਕਿਉਂਕਿ ਗੁਰਬਾਣੀ ਪੜ੍ਹ ਕੇ ਜੇ ਅਸੀਂ ਦੁਨਿਆਵੀ ਗੱਲ ਨਾ ਸਿੱਖੀ, ਜੇ ਅਸੀਂ ਇਹਨਾਂ ਗੱਲਾਂ ਨੂੰ ਨਾ ਸਿੱਖਿਆ ਤਾਂ ਫਾਇਦਾ ਕੋਈ ਨਹੀਂ ਹੈ। ਜੇ ਜਿੰਦੇ ਜੀ ਮਾਂ ਪਿਓ ਨੂੰ ਨਾ ਪੁੱਛਿਆ, ਨਾ ਉਹਨਾਂ ਦੇ ਕੋਈ ਗੱਲ ਮੰਨੀ, ਨਾ ਕੁਛ ਹੋਇਆ, ਤੇ ਫਿਰ ਮਰਨ ਤੋਂ ਬਾਅਦ ਭਾਂਡੇ ਬਿਸਤਰੇ ਦੇਣ ਦਾ ਇਹਨਾਂ ਦਾ ਕੀ ਫਾਇਦਾ? ਮਰਨ ਤੋਂ ਬਾਅਦ ਅਸੀਂ ਕਹਿੰਦੇ ਆਹ ਵੀ ਚੀਜ਼ ਦੇ ਦਿਓ, ਇਹਦੀ ਲੋੜ ਕੋਈ ਨਹੀਂ ਜੀ, ਇਹਦੇ ਤੇ ਉਹ ਸੌਂਦੇ ਸੀ ਬਿਸਤਰਾ ਦੇ ਦਿਓ। ਜਾਇਦਾਦ ਕਿਉਂ ਨਹੀਂ ਦਿੰਦੇ ਜਿਹੜੀ ਮਾਂ ਪਿਓ ਛੱਡ ਕੇ ਜਾਂਦੇ ਆ?
ਜਿਹੜਾ ਸੋਨਾ ਗਹਿਣਾ ਮਾਂ ਪਿਓ ਛੱਡ ਕੇ ਜਾਂਦੇ ਆ ਉਹ ਕਿਉਂ ਨਹੀਂ ਦਿੰਦੇ? ਉਹ ਵੀ ਦੇ ਦੇਣਾ ਚਾਹੀਦਾ ਨਾ, ਫਿਰ ਉਹਨੂੰ ਵੀ ਦੇ ਦਈਏ। ਉਹਦੇ ਲਈ ਤਾਂ ਲੜ ਲੜ ਕੇ ਮਰਦੇ ਆ ਵੀ ਨਹੀਂ ਜੀ ਮੈਂ ਮਾਂ ਪਿਓ ਨੂੰ ਜ਼ਿਆਦਾ ਪੁੱਛਿਆ, ਮੈਨੂੰ ਜ਼ਿਆਦਾ ਮਿਲਣਾ ਚਾਹੀਦਾ। ਅਸੀਂ ਤਾਂ ਮਾਂ ਪਿਓ ਦੀ ਸੇਵਾ ਜਿਹੜੀ ਆ ਅਸੀਂ ਤੇ ਉਹਦਾ ਮੁੱਲ ਵੀ ਪਾਉਂਦੇ ਹੁੰਦੇ ਆ। ਇਸ ਕਰਕੇ ਜਿੰਦੇ ਜੀ ਆਪਣੀ ਮੁਕਤੀ ਦੀ ਗੱਲ ਕਰੀਏ, ਕਿਉਂਕਿ ਜਿਨ੍ਹਾਂ ਨੇ ਖੋਪੜੀਆਂ ਲਵਾਈਆਂ, ਜਿਹੜੇ ਚਰਖੀਆਂ ਤੇ ਚੜੇ, ਜਿਨ੍ਹਾਂ ਬੰਦ ਕਟਾਏ, ਜਿਨ੍ਹਾਂ 4 ਸਾਲ ਦੇ ਬੱਚੇ ਦਾ ਕਾਲਜਾ ਕੱਢ ਕੇ ਮੂੰਹ 'ਚ ਪਵਾਇਆ, ਜਿਹੜੀਆਂ ਮਾਵਾਂ ਨੇ, ਜਿਹੜੀਆਂ ਭੈਣਾਂ ਨੇ, ਮਾਤਾਵਾਂ ਨੇ ਬੱਚਿਆਂ ਦੇ ਟੋਟੇ ਕਰਕੇ ਗਲਾਂ 'ਚ ਹਾਰ ਪਵਾਏ ਤੇ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਉਹਨਾਂ ਨੇ ਆਪਣੀ ਮੁਕਤੀ ਲਈ ਥੋੜੀ ਕੁਛ ਕੀਤਾ, ਉਹ ਸਾਡੀ ਮੁਕਤੀ ਲਈ ਕਰਕੇ ਗਏ। ਜਿਹੜੇ ਬੰਧਨਾਂ 'ਚ ਅਸੀਂ ਫਸੇ ਪਏ ਸਾਂ, ਸਾਨੂੰ ਕੱਢਣ ਵਾਸਤੇ ਇਹ ਇਤਿਹਾਸ ਗਵਾਹ ਹੈ। ਤੇ ਅਸੀਂ ਅੱਜ ਵੀ ਉਹਨਾਂ ਹੀ ਬੰਧਨਾਂ ਦੇ ਵਿੱਚ, ਅਸੀਂ ਅੱਜ ਵੀ ਉਹਨਾਂ ਹੀ ਕਰਮ ਕਾਂਡਾਂ ਦੇ ਵਿੱਚ ਅਸੀਂ ਫਸੇ ਪਏ ਹਾਂ। ਆਓ ਇਹਨਾਂ ਕਰਮ ਕਾਂਡਾਂ ਤੋਂ ਇਸ ਬਾਣੀ ਨੂੰ ਸਮਝੀਏ, ਇਸ ਬਾਣੀ ਨੂੰ ਸਮਝ ਕੇ ਇਹਨਾਂ ਕਰਮ ਕਾਂਡਾਂ ਤੋਂ ਆਪਣਾ ਪਿੱਛਾ ਛਡਾਈਏ, ਇਹਨਾਂ ਕਰਮ ਕਾਂਡਾਂ ਨੂੰ ਛੱਡੀਏ, ਜੀਂਦੇ ਜੀ ਆਪਣੇ ਮਾਂ ਪਿਓ ਨੂੰ ਪੁੱਛੀਏ, ਇਸ ਗੁਰਬਾਣੀ ਨੂੰ ਪੜ੍ਹੀਏ, ਗੁਰਬਾਣੀ ਪੜ੍ਹ ਕੇ ਆਪਣੇ ਮਨ ਦੇ ਵਿੱਚ ਵਸਾਈਏ ਤੇ ਆਪਣੀ ਜ਼ਿੰਦਗੀ ਜਿਹੜੀ ਆਪਣੀ ਆਤਮਾ ਨੂੰ ਸੋਧੀਏ। ਰਾਮ ਨਾਮ ਆਤਮ ਮੈਂ ਸੋਧੇ, ਆਪਣੀ ਆਤਮਾ ਨੂੰ ਸੋਧਣ ਦੀ ਗੱਲ ਕਰੀਏ, ਆਪਣੀ ਆਪ ਦੀ ਸੁਧਾਈ ਕਰੀਏ। ਅਸੀਂ ਸੁਧਰ ਗਏ ਤੇ ਸਾਡਾ ਆਲਾ ਦੁਆਲਾ ਜੋ ਸਾਡਾ ਵਿਹਾਰ ਹੋਊਗਾ ਨਾ, ਸਾਡੇ ਬੱਚਿਆਂ ਦਾ ਵਿਹਾਰ ਉਹੋ ਜਿਹਾ ਹੀ ਹੋਊਗਾ। ਆਪਣੇ ਆਪ ਹੀ ਉਹ ਵੀ ਸੁਧਰ ਜਾਣਗੇ। ਜੇ ਕਿਤੇ ਦੂਜੇ ਪਾਸੇ ਗਏ ਵੀ ਆ, ਬੱਚਾ ਜੋ ਸਿੱਖਦਾ ਹੈ ਨਾ, ਬਹੁਤਾ ਕਰਕੇ ਮਾਂ ਨੂੰ ਵੇਖ ਕੇ ਸਿੱਖਦਾ। ਇਸ ਕਰਕੇ ਜਿੱਦਣ ਅਸੀਂ ਆਪ ਚੰਗੇ ਪਾਸੇ ਲੱਗਾਂਗੇ ਤੇ ਸਾਡੇ ਜਿਹੜੇ ਬੱਚੇ ਆ, ਸਾਨੂੰ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਮਿਲੂਗਾ ਕਿ ਬੱਚੇ ਸੁਣਦੇ ਨੇ। ਸੋ ਇਹ ਇਸ ਬਾਣੀ ਦੇ ਆਪਾਂ ਮੁੱਖ ਨੁਕਤੇ ਨੇ ਜਿਹੜੇ ਵਿਚਾਰੇ ਨੇ। ਉਸ ਤੋਂ ਅੱਗੇ ਬਾਣੀ ਆਉਂਦੀ 966 ਅੰਕ ਤੇ, ਇਸੇ ਹੀ ਰਾਗ ਦੇ ਵਿੱਚ, ਰਾਮਕਲੀ ਰਾਗ ਦੇ ਵਿੱਚ, ਉਹ ਹੈਗੀ ਆ ਜੀ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੇ ਡੂਮ ਆਖੀ। ਹੁਣ ਇੱਥੇ ਜਿਹੜਾ ਸ਼ਬਦ ਆ ਉਹ ਡੂਮ ਸ਼ਬਦ ਵਰਤਿਆ ਗਿਆ ਹੈ। ਡੂਮ ਤੋਂ ਭਾਵ ਵੈਸੇ ਤਾਂ ਮਰਾਸੀ ਹੁੰਦਾ ਹੈ। ਮਰਾਸੀ ਇੱਕ ਜਾਤ ਗੋਤ ਬਰਾਦਰੀ ਵੀ ਗਿਣੀ ਗਈ ਹੈ। ਜਿਹੜੇ ਗਾਉਣ ਦਾ ਕੰਮ ਕਰਦੇ ਸੀ, ਸਾਰਾ ਕੁਝ ਉਹਨਾਂ ਨੂੰ ਮਰਾਸੀ ਆਖਿਆ ਜਾਂਦਾ। ਤੇ ਪਰ ਇੱਥੇ ਜਿਹੜੀ ਆ ਡੂਮ ਤੋਂ ਭਾਵ ਗਵਈਆ ਜਾਂ ਰਬਾਬੀ, ਇਹ ਆਪਾਂ ਇੱਥੇ ਇਹ ਭਾਵ ਆ। ਇੱਕ ਮੈਨੂੰ ਬੜੀ ਪਿਆਰੀ ਗੱਲ ਯਾਦ ਆਈ, ਮੈਂ ਸੁਣੀ ਸੀ। ਆਖਣ ਲੱਗੇ ਇੱਕ ਵਾਰੀ ਭਾਈ ਮਰਦਾਨਾ ਜੀ ਬੜੇ ਵਜ਼ਨ ਵਿੱਚ ਆ ਕੇ ਨਾ ਗੁਰੂ ਨਾਨਕ ਪਾਤਸ਼ਾਹ ਨੂੰ ਆਖਣ ਲੱਗੇ, ਕਹਿਣ ਲੱਗੇ ਪਾਤਸ਼ਾਹ ਆਪਾਂ ਦੋਵਾਂ ਦਾ ਦੇਖੋ ਕੰਮ ਤਾਂ ਇੱਕੋ ਜਿਹਾ ਹੀ ਆ, ਕੋਈ ਫਰਕ ਥੋੜੀ ਆ ਆਪਣੇ ਵਿੱਚ। ਤੇ ਗੁਰੂ ਨਾਨਕ ਪਾਤਸ਼ਾਹ ਆਖਣ ਲੱਗੇ ਜਦੋਂ ਭਾਈ ਆਖ ਦਿੱਤਾ, ਭਾਈ ਹੋ ਗਏ, ਤੇ ਫਿਰ ਫਰਕ ਕਾਹਦਾ ਰਹਿ ਗਿਆ? ਭਾਈ ਮਰਦਾਨਾ ਜੀ ਤੁਸੀਂ ਪੁੱਛਿਆ ਕਿਉਂ? ਕਹਿਣ ਲੱਗੇ ਨਹੀਂ, ਤੁਸੀਂ ਵੀ ਡੂਮ ਤੇ ਮੈਂ ਵੀ ਡੂਮ। ਕਹਿਣ ਲੱਗੇ ਕਿਸ ਤੋਂ? ਗੁਰੂ ਨਾਨਕ ਪਾਤਸ਼ਾਹ ਹੱਸ ਪਏ, ਮੁਸਕਰਾ ਪਏ। ਭਾਈ ਮਰਦਾਨਾ ਜੀ ਆਖਣ ਲੱਗੇ ਤੁਸੀਂ ਰੱਬ ਦੇ ਡੂਮ ਤੇ ਮੈਂ ਤੁਹਾਡਾ ਡੂਮ। ਤੁਸੀਂ ਰੱਬ ਦੀ ਕੀਰਤੀ ਕਰਦੇ ਆ, ਮੈਂ ਤੁਹਾਡੀ ਕੀਰਤੀ ਕਰਦਾ। ਮੈਂ ਤੁਹਾਡੇ ਅੱਗੇ ਰਬਾਬ ਵਜਾਉਂਦਾ, ਤੁਸੀਂ ਰੱਬ ਦੇ ਅੱਗੇ ਵਜਾਉਂਦੇ ਆ, ਮੈਂ ਤੁਹਾਡੇ ਅੱਗੇ ਵਜਾਉਂਦਾ। ਇਹ ਗੱਲ ਮੈਂ ਜਦੋਂ ਮੈਂ ਇਹ ਬਾਣੀ ਪੜ੍ਹਦੀ ਆ ਨਾ, ਜਦੋਂ ਡੂਮ ਸ਼ਬਦ ਆਉਂਦਾ ਤਾਂ ਮੈਨੂੰ ਅਕਸਰ ਇਹ ਵਾਲੀ ਗੱਲ ਹਮੇਸ਼ਾ ਯਾਦ ਆ ਜਾਂਦੀ। ਦਿਲ ਕੀਤਾ ਵੀ ਮੈਂ ਜ਼ਰੂਰ ਸਾਂਝੀ ਕਰਾਂ। ਸੋ ਇਸ ਬਾਣੀ ਦੇ ਵਿੱਚ ਜਿਹੜੀਆਂ ਟੋਟਲ 8 ਬੰਦ ਨੇ, ਇਸ ਬਾਣੀ ਦੇ 8 ਪੌੜੀਆਂ ਨੇ। ਪਹਿਲੀਆਂ 5 ਪੌੜੀਆਂ ਜਿਹੜੀਆਂ ਨੇ ਉਹ ਰਾਏ ਬਲਵੰਡ ਜੀ ਦੀਆਂ ਲਿਖੀਆਂ ਨੇ, ਤੇ ਮਗਰਲੀਆਂ ਜਿਹੜੀਆਂ 3 ਪੌੜੀਆਂ ਨੇ ਉਹ ਭਾਈ ਸੱਤਾ ਜੀ ਦੀਆਂ ਲਿਖੀਆਂ ਹੋਈਆਂ ਨੇ। ਇਹਦੇ ਵਿੱਚ ਲਿਖਿਆ ਗਿਆ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਰ ਦੇ। ਭਾਵ ਕਿ ਜਿਹਦਾ ਨਾਂ ਉਹ ਅਕਾਲ ਪੁਰਖ ਕਰਤਾ ਆਪ ਕਰੇ, ਜਿਹਨੂੰ ਅਕਾਲ ਪੁਰਖ ਕਰਤਾ ਆਪ ਵਡਿਆਈ ਦੇਵੇ, ਉਹ ਆਪ ਉਹਦਾ ਨਾਮ ਨਾ ਇੰਨਾ ਉੱਚਾ ਕਰ ਦੇਵੇ। ਭਲਾ ਮੇਰੇ ਬੋਲਾਂ 'ਚ ਕੀ ਤਾਕਤ ਹੈ? ਮੇਰੀ ਕੀ ਪਾਇਆ ਹੈ ਕਿ ਮੈਂ ਉਹਦੀ ਵਡਿਆਈ ਨੂੰ ਤੋਲ ਸਕਾਂ? ਜੋ ਖੀਵ ਦੇ ਤੋਂ ਭਾਵ ਹੁੰਦਾ ਹੈ ਤੋਲਣਾ। ਪਹਿਲੇ ਜ਼ਮਾਨਿਆਂ ਦੇ ਵਿੱਚ ਜਿਹੜਾ ਵਰਡ ਸੀ ਬੜਾ ਯੂਜ਼ ਹੁੰਦਾ ਸੀ, ਆਖਦੇ ਸੀ ਇੰਨੀ ਚੀਜ਼ ਜੋਖ ਦਿਓ। ਅੱਜ ਆਪਾਂ ਵੇਟ ਕਰਦੇ ਹੋ ਜਾਂ ਤੋਲਣਾ ਕਹਿਣ ਲੱਗ ਪਏ ਆ। ਇਹ ਪੁਰਾਣੇ ਜ਼ਮਾਨੇ 'ਚ ਸ਼ਬਦ ਵਰਤਿਆ ਜਾਂਦਾ ਸੀ ਜੋਖਣਾ। ਤੇ ਆਖਣ ਲੱਗੇ ਕਿ ਜਿਹਨੂੰ ਕਰਤਾ ਪੁਰਖ ਆਪ ਵਡਿਆਈ ਬਖਸ਼ੇ, ਜਿਹਨੂੰ ਅਕਾਲ ਪੁਰਖ ਨੇ ਵਡਿਆਈ ਬਖਸ਼ੀ ਹੋਵੇ, ਉਹ ਮੇਰੇ ਬੋਲਾਂ 'ਚ ਕਾਹਦੀ ਤਾਕਤ ਆ ਵੀ ਮੈਂ ਉਸ ਵਡਿਆਈ ਨੂੰ ਤੋਲ ਸਕਾਂ? ਮੇਰੇ ਕੋਲ ਇਹੋ ਜਿਹੇ ਬੋਲ ਹੈ ਨਹੀਂ। ਦੇ ਗੁਣਾ ਤੋਂ ਭਾਵ ਦੇਵੀ ਗੁਣ। ਦੇ ਗੁਣਾ 7 ਭੈਣ ਭਰਾ ਪਰ ਅੰਗਤ ਦਾਨ ਪੜੀਵਦੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੇ, ਲਹਿਣੇ ਧਰਿਉਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੇ, ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪੁਰਾ ਕੇ ਜੀ ਦੇ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੇ, ਸਹਿ ਟਿੱਕਾ ਦੇ ਦੋਸ ਜੀਵਦੇ। ਇਹ ਜਿਹੜੀਆਂ ਪੌੜੀਆਂ ਇਹਨਾਂ ਤੋਂ ਸਾਨੂੰ ਪਤਾ ਲੱਗਦਾ ਹੈ ਇਸ ਪੌੜੀ ਤੋਂ ਕਿ ਧੰਨ ਗੁਰੂ ਨਾਨਕ ਸਾਹਿਬ ਦੀ ਵਡਿਆਈ ਜਿਹੜੀ ਪਹਿਲੇ ਅਕਾਲ ਪੁਰਖ ਦੀ ਵਡਿਆਈ ਕੀਤੀ ਗਈ, ਬਾਅਦ ਚੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਕੀਤੀ ਗਈ।
ਤੇ ਉਹਨਾਂ ਦੇ ਵੱਲੋਂ ਗੁਰੂ ਅੰਗਦ ਪਾਤਸ਼ਾਹ ਨੂੰ ਜਿਹੜੀ ਗੁਰਤਾ ਗੱਦੀ ਦੇਣ ਦੀ ਉਹ ਗੱਲ ਇੱਥੇ ਜਿਹੜੀ ਆ ਉਹ ਦੱਸੀ ਗਈ ਆ। ਨਾਲ ਇਹ ਵੀ ਗੱਲ ਇਹਨਾਂ ਪੌੜੀਆਂ ਦੇ ਵਿੱਚ ਆਪਾਂ ਪੜ੍ਹਦੇ ਹਾਂ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਕਿਵੇਂ ਪ੍ਰਵਾਨ ਚੜੇ, ਕਿਵੇਂ ਉਹਨਾਂ ਨੇ ਹਰ ਹੁਕਮ ਜਿਹੜਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਦਾ ਹਰ ਹੁਕਮ ਜਿਹੜਾ ਉਹ ਸਿਰ ਮੱਥੇ ਕਰਕੇ ਮੰਨਿਆ। ਕੋਈ ਵੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਆਖੀ ਆ ਉਹ ਸਾਰੀ ਗੱਲ ਉਹਨਾਂ ਨੇ ਜਿਹੜੀ ਆ ਉਹ ਹੱਸਦਿਆਂ ਹੋਇਆਂ ਮੰਨੀ ਆ। ਕਿਵੇਂ ਪ੍ਰਵਾਨ ਚੜੇ ਨੇ ਗੁਰੂ ਅੰਗਦ ਪਾਤਸ਼ਾਹ, ਇਹਦੇ ਵਿੱਚ ਆਪਾਂ ਉਹ ਪੜ੍ਹਦੇ। ਸਿੱਖਾਂ ਪੁੱਤਰਾਂ ਘੋਖ ਕੇ ਸਭ ਉਮਤ ਵੇਖੋ ਜੇ ਕਿਉਣ, ਜਾਂ ਸਦੋਸ ਤਾਂ ਲਹਿ ਨਾ ਟਿਕਿਓ। ਵੀ ਸਿੱਖਾਂ ਨੂੰ ਪੁੱਤਰਾਂ ਨੂੰ ਸਭ ਦੀ ਘੋਖ ਕਰਕੇ, ਸਭ ਨੂੰ ਘੋਖ ਕੇ, ਸਭ ਨੂੰ ਪਰਤਾ ਕੇ ਵੇਖਿਆ ਮਹਾਰਾਜ ਨੇ, ਸਾਰਿਆਂ ਨੂੰ ਵੇਖਿਆ ਤੇ ਉਹਨਾਂ ਨੂੰ ਵੇਖਣ ਤੋਂ ਬਾਅਦ ਵੇਖਿਆ ਵੀ ਜਿਹੜਾ ਮੇਰੀ ਜੋਤ ਤੇ ਜੁਗਤ ਦਾ ਅਸਲੀ ਵਾਰਿਸ ਆ ਉਹ ਭਾਈ ਲਹਿਣਾ ਜੀ ਹੈ। ਤਾਂ ਭਾਈ ਲਹਿਣਾ ਜੀ ਨੂੰ, ਕਿਉਂਕਿ ਆਖਦੇ ਨੇ ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਨੇ ਕੌਤਕ ਰਚਾਇਆ ਤੇ ਆਖਦੇ ਕਹਿਣ ਲੱਗੇ ਵੀ ਸਾਰੇ ਭੱਜ ਗਏ, ਆਖਣ ਲੱਗੇ ਪਤਾ ਨਹੀਂ ਬਾਬੇ ਨੂੰ ਕੀ ਹੋ ਗਿਆ, ਪਾਤਸ਼ਾਹ ਨੂੰ ਕੀ ਹੋ ਗਿਆ। ਤਾਂ ਉਹਨਾਂ ਨੇ ਭਾਈ ਲਹਿਣਾ ਜੀ ਫਿਰ ਵੀ ਪਿੱਛੇ ਗਏ, ਕਹਿਣ ਲੱਗੇ ਲਹਿਣਿਆ ਸਾਰੇ ਚਲੇ ਗਏ ਤੂੰ ਕਿਉਂ ਨਹੀਂ ਜਾਂਦਾ। ਕਹਿਣ ਲੱਗੇ ਪਾਤਸ਼ਾਹ ਉਹਨਾਂ ਦੇ ਕੋਲ ਹੋਰ ਰਸਤੇ ਹੋਣਗੇ, ਮੇਰੇ ਕੋਲ ਹੈ ਹੀ ਕੋਈ। ਸੋ ਜਿਸ ਬੰਦੇ ਨੇ ਇੱਥੇ ਤੱਕ ਆਪਣੀ ਟੇਕ ਰੱਖ ਲਈ ਹੋਵੇ ਵੀ ਮੇਰੇ ਕੋਲ ਸਿਰਫ ਤੇ ਸਿਰਫ ਇਹੋ ਹੀ ਰਸਤਾ ਹੈ, ਫਿਰ ਕਦੀ ਹੋ ਨਹੀਂ ਸਕਦਾ ਵੀ ਗੁਰੂ ਜਿਹੜਾ ਉਹ ਕੋਈ ਕੰਮ ਸਾਡਾ, ਅਸੀਂ ਗੁਰੂ ਤਾਂ ਬਹੁਤ ਕੁਛ ਕਰਦੇ, ਸਾਰਾ ਕੁਛ ਅੱਜ ਤੋਂ ਮਾਂ ਦੇ, ਜਦੋਂ ਤੱਕ ਅਸੀਂ ਮਾਂ ਦੇ ਪੇਟ ਚੋਂ ਆਏ ਆ, ਮਾਂ ਦੇ ਪੇਟ ਵਿੱਚ ਵੀ, ਗਰਭ ਵਿੱਚ, ਉਦਰ ਵਿੱਚ ਵੀ, ਉਦੋਂ ਤੋਂ ਲੈ ਕੇ ਅੱਜ ਤੱਕ ਜਿੰਨੀ ਸਾਡੀ ਉਮਰ ਆ, ਬਹੁਤ ਕੁਛ ਮਹਾਰਾਜ ਨੇ ਸਾਨੂੰ ਬਖਸ਼ਿਸ਼ਾਂ ਕੀਤੀਆਂ। ਉਹ ਵੱਖਰੀ ਗੱਲ ਆ ਵੀ ਅਸੀਂ ਜਿਹੜੇ ਅਸੀਂ ਭੁੱਲ ਗਏ ਆ, ਅਸੀਂ ਮੂੰਹ ਮੋੜ ਲਏ ਆ, ਉਹ ਗੱਲ ਇੱਕ ਅਲੱਗ ਹੈ। ਖੈਰ, ਜਦੋਂ ਫਿਰ ਇਸ ਬਾਣੀ ਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰਾਂ ਦੀ ਵੀ ਗੱਲ ਕੀਤੀ ਆ, ਜਦੋਂ ਆਖਿਆ ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰਟੀਏ, ਦਿਲ ਖੋਟੇ ਆਕੀ ਫਿਰਨ, ਬਨ ਭਾਰ ਉਚਾਇਨ ਛੱਟੀਏ। ਵੀ ਪੁੱਤਰਾਂ ਨੇ ਉਹ ਗੱਲ ਨਾ ਮੰਨੀ। ਪੁੱਤਰਾਂ ਨੇ ਜਿਸ ਵੇਲੇ ਉਹ ਬਚਨ ਪੂਰੇ ਨਾ ਮੰਨੇ ਜੋ ਗੁਰੂ ਨਾਨਕ ਪਾਤਸ਼ਾਹ ਪਹਿਲੋਂ ਵੇਖਦੇ ਰਹੇ, ਪਰਖ ਕੇ ਵੇਖਦੇ ਰਹੇ, ਜਦੋਂ ਪੁੱਤਰਾਂ ਨੇ ਗੱਲ ਨਾ ਮੰਨੀ ਤਾਂ ਫਿਰ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਇਹ ਗੱਲ ਚੱਲੀ ਆਉਂਦੀ ਸੀ ਵੀ ਗੁਰਤਾ ਗੱਦੀ ਜਾਂ ਪਿਤਾ ਤੋਂ ਬਾਅਦ ਜਿਹੜਾ ਵਾਰਿਸ ਆ ਉਹ ਪੁੱਤਰ ਹੀ ਹੋਏਗਾ, ਇਹ ਜਿਹੜੀ ਗੱਲ ਆ ਉਹ ਉਲਟੀ ਹੋ ਗਈ। ਇਹ ਉਹਨਾਂ ਨੇ ਗੱਦੀ ਜਿਹੜੀ ਉਹ ਘਰ 'ਚ ਰੱਖਣ ਦੀ ਬਜਾਏ ਇਹ ਨਹੀਂ ਵੇਖਿਆ, ਉਹਨਾਂ ਨੇ ਪਰਖ ਕੇ ਵੇਖਿਆ ਵੀ ਇਸ ਗੱਦੀ ਦਾ, ਇਸ ਜੋਤ ਦਾ, ਇਸ ਜੁਗਤ ਦਾ ਜਿਹੜਾ ਅਸਲੀ ਵਾਰਿਸ ਆ ਉਹ ਕੌਣ ਆ। ਤਾਂ ਭਾਈ ਲਹਿਣਾ ਜੀ ਨੂੰ ਬਿਠਾਇਆ। ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਦੇ ਗੁਰ ਚੇਲੇ, ਜਾਨੀ ਗੁਰੂ ਨੇ ਆਪਣੇ ਚੇਲੇ ਨੂੰ ਰਹਿ ਰਾਸ ਤੋਂ ਭਾਵ ਝੁੱਕ ਕੇ ਨਮਸਕਾਰ ਕਰਨੀ, ਝੁੱਕ ਕੇ ਨਮਸਕਾਰ ਕੀਤੀ ਤੇ ਉਹਨਾਂ ਨੂੰ ਗੁਰਮਤਿ ਦੇ ਸੰਧਾਨ ਅਨੁਸਾਰ ਜੋ ਤੋਹ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀਏ, ਉਹਨਾਂ ਨੇ ਜੋਤ ਤੇ ਜੁਗਤ ਦਾ ਜਿਹੜਾ ਉਹ ਵਾਰਿਸ ਬਣਾਇਆ। ਜੇ ਪੁੱਤਰਾਂ ਨੇ ਨਹੀਂ ਮੰਨਿਆ ਨਾ ਤੇ ਪੁੱਤਰਾਂ ਨੂੰ ਨਹੀਂ ਬਣਾਇਆ, ਭਾਈ ਲਹਿਣਾ ਜੀ ਨੂੰ ਬਣਾਇਆ ਤੇ ਐਸਾ ਵਾਰਿਸ ਬਣਾਇਆ, ਲੈਣੇ ਸੇ ਅੰਗਦ, ਅੰਗਦ ਸੇ ਅੱਲਾ ਕਰ ਦਿਆ। ਇਸ ਤਰ੍ਹਾਂ ਦਾ ਵਾਰਿਸ ਬਣਾ ਦਿੱਤਾ। ਆਪਣੀ ਜਗ੍ਹਾ ਤੇ ਬਿਠਾਇਆ, ਆਪਣੀ ਜਗ੍ਹਾ ਤੇ ਬਿਠਾ ਕੇ ਨਮਸਕਾਰ ਕੀਤੀ। ਪੋਥੀਆਂ ਜਿਹੜੀਆਂ ਸੀ ਉਹ ਉਹਨਾਂ ਦੇ ਹਵਾਲੇ ਕੀਤੀਆਂ, ਹਵਾਲੇ ਕਰਕੇ ਤੇ ਸਿੱਖ ਸੰਗਤਾਂ ਨੂੰ ਇਹ ਉਪਦੇਸ਼ ਕੀਤਾ, ਅੱਜ ਤੋਂ ਬਾਅਦ ਮੇਰਾ ਵਾਸਾ ਜਿਹਨੇ ਮੈਨੂੰ ਵੇਖਣਾ ਉਹ ਗੁਰੂ ਅੰਗਦ ਪਾਤਸ਼ਾਹ ਦੇ ਵਿੱਚ। ਸੋ ਇਸ ਕਰਕੇ ਉਹ ਬਾਬਾ ਨਾ ਗੋਰ ਨਾ ਮੜੀ ਨਾ ਮਸਾਣੀ, ਬਾਬਾ ਮੜੀਆਂ ਮਸਾਣਾ ਚ ਨਾ ਕੋਈ ਲੱਭਦਾ ਫਿਰੇ। ਉਹ ਅਸੀਂ ਜ਼ਰੂਰ ਇਸ ਤਰ੍ਹਾਂ ਕਰਦੇ ਹਾਂ, ਅਸੀਂ ਬਾਬੇ ਦੀ ਮੜੀ ਤਾਂ ਭਾਵੇਂ ਨਾ ਬਣਾਈ, ਅਸੀਂ ਦੂਜੀਆਂ ਮੜੀਆਂ ਜਿਹੜੀਆਂ ਉਹ ਦਿੱਲੀ ਦਾ ਤਾਂ ਮੈਨੂੰ ਪਤਾ ਨਹੀਂ, ਪਰ ਪੰਜਾਬ ਦੇ ਵਿੱਚ ਜਾ ਕੇ ਵੇਖ ਲਓ ਵੀ ਮੜੀਆਂ ਮਸਾਣਾ ਦੀ ਕਿਵੇਂ ਪੂਜਾ ਹੁੰਦੀ ਆ। ਜਿਸ ਵੇਲੇ ਵੇਖੀਦਾ ਹੈ ਨਾ ਤੇ ਮਨ ਕਈ ਵਾਰੀ ਕਲਪ ਜਾਂਦਾ ਹੈ ਵੀ ਆਹ ਦੇਖੋ ਜਿੰਨਾਂ ਚੀਜ਼ਾਂ ਤੋਂ ਸਾਨੂੰ ਰੋਕਿਆ ਹੈ ਗੁਰੂ ਨਾਨਕ ਪਾਤਸ਼ਾਹ ਨੇ, ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਜਾਓ, ਮੜੇ ਮਸਾਨ ਨਾ ਜਾਏ, ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ। ਤੇ ਅਸੀਂ ਕਿਹੜੀਆਂ ਚੀਜ਼ਾਂ ਨੂੰ ਮੰਨਦੇ ਫਿਰਦੇ ਆ। ਖੈਰ, ਉਸ ਤੋਂ ਬਾਅਦ ਆਖਿਆ ਗਿਆ ਵੀ ਫੇਰ ਵਸਾਇਆ ਫੇਰੂਆਨ ਸਤਿਗੁਰੂ ਖਡੂਰ। ਜਿਸ ਵੇਲੇ ਗੁਰਤਾ ਗੱਦੀ ਦੇ ਵਾਰਿਸ ਹੋ ਗਏ ਉਸ ਵੇਲੇ ਨਾਲ ਸ਼ਬਦ ਵਰਤਿਆ ਗਿਆ, ਪਹਿਲੇ ਲਹਿਣਾ ਵਰਤਿਆ ਸੀ, ਬਾਅਦ ਵਿੱਚ ਸ਼ਬਦ ਵਰਤਿਆ ਸਤਿਗੁਰੂ। ਜਿਸ ਵੇਲੇ ਗੁਰਤਾ ਗੱਦੀ ਤੇ ਜੋਤ ਜੁਗਤ ਦੇ ਵਾਰਿਸ ਤੋਂ ਬਾਅਦ ਸਤਿਗੁਰੂ ਸ਼ਬਦ ਵਰਤਿਆ ਕਿ ਬਾਬਾ ਫੇਰੂ ਜੀ ਦੇ ਪੁੱਤਰ ਨੇ ਖਡੂਰ ਨਗਰ ਜਿਹੜਾ ਉਹ ਵਸਾਇਆ। ਜਪ ਤਪ ਸੰਜਮ ਨਾਲ ਹੋਰ, ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ, ਤੇ ਨਾਲ ਹੀ ਮਾਤਾ ਖੀਵੀ ਜੀ ਦੀ ਜਿਹੜੀ ਵਡਿਆਈ ਆ ਉਹ ਵੀ ਇੱਥੇ ਕਰਨੀ ਜ਼ਰੂਰ ਬਣਦੀ ਹੈ। ਜੋ ਉਹਨਾਂ ਨੇ ਲਿਖੀ ਆ, ਬਾਬਾ ਬਲਵੰਡ ਜੀ ਨੇ, ਰਾਏ ਬਲਵੰਡ ਜੀ ਨੇ ਲਿਖਿਆ ਹੈ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਹ ਪਤਰਾਲੀ। ਇੱਥੇ ਜਨ ਨਹੀਂ ਆ, ਜਨ ਜਾਨੀ ਜੱਜੇ ਦੇ ਪੈਰ ਦੇ ਵਿੱਚ ਬਿੰਦੀ ਆ, ਜਨ ਪੜਨਾ। ਇਹ ਜਿਹੜਾ ਜਨ ਸ਼ਬਦ ਆ ਇਹ ਫਾਰਸੀ ਭਾਸ਼ਾ ਦਾ ਹੈ ਤੇ ਇਸ ਦੇ ਵਿੱਚ
ਇਹਦਾ ਮਤਲਬ ਹੁੰਦਾ ਹੈ ਔਰਤ। ਬਲਵੰਡ ਖੀਵੀ ਨੇਕ ਜਣ जिस बहुती शौक पतराली लंगर दौलत वंडिए रस अमृत खीर घियाली। कि माता खीवी दे लंगर दे विच जिहड़ी सिर्फ इहो ही नहीं आपी घ्यो वाली खीर ही नहीं मिलती, माता खीवी अपने सुभाव और गुणा दे विच एक संघने रुख दी छां वर्गे उन्हां दे विच गुण आ ते संघने रुख वर्गे उन्हां दे अंदर प्यार आ। जिहड़ा भी माता खीवी दे कोल जांदा है वो इन्ना प्यार दिंदे ने, इन्ने गुण वंडदे ने, इन्ने प्यार दे नाल हर एक नूं मिलदे ने कि जिहड़ा एक वारी मिल लैंदा है वो बाद विच उन्हां दा ही हो के रह जांदा है। इन्नी वडियाई जिहड़ी आ वो माता खीवी जी बारे जिथे आपां सब नूं नमस्कार करदे हां, उत्थे जिन्नी वारी भी आपां धन धन गुरु ग्रंथ साहिब महाराज नूं नमस्कार करदे हां उन्नी वारी माता खीवी जी नूं आपां नतमस्तक हुंदे हां, जिन्हां दा नां जिहड़ा है वो गुरु ग्रंथ साहिब दे विच सदीवी काल जिहड़ा वा वो रह गया। सदीवी काल उन्हां ने जिहड़ा जोड़ दिता राय बलवंड जी ने। उस तो बाद गुरु अमरदास पातशाह वास्ते लिखते ने प्यो दादे जेवा पुत्रा परवान। प्यो दादे तो भाव इत्थे प्यो तो भाव आ गुरु रामदास जी, सॉरी प्यो तो भाव आ गुरु अंगद महाराज जी ते दादे तो भाव गुरु नानक पातशाह। कि गुरु अमरदास जी का जिहड़ा पिता है वो गुरु अंगद पातशाह ते दादा जिहड़ा वो गुरु नानक पातशाह। इत्थे जिहड़ी बंसावली सी ओह ही फर्क पा दी गई, जिहड़ा पहला तेजभान ना उन्हां दे पिता दा वो नहीं लिखिया गया क्योंकि जिहड़ी बंसावली जिन्हां दी उन्हां गल मन्नी जिथे वो आके परवान चढ़े जिहड़ियां चीज़ां नूं उन्हां ने मन्निया ते वो भी गुरु अमरदास जी भी गुरता गद्दी दे जोत जुगत दे वारिस हो गए। त्यां करके लिखिया कि अपने प्यो ते दादे वांगर जिवें प्यो ते दादे दी जिहड़ी चढ़त सी उन्हां दा जिहड़ा हर जगह ते उन्हां दे गुण गाए जांदे सी, इसे तरह जिहड़ा पुत्र है वो भी परवान होया। ते फिर 7वीं पौड़ी दे विच धन धन गुरु रामदास उन्हां दे बारे लिखिया गया है। धन धन रामदास गुर जिन सिरिया तिने सवारिया पूरी हुई करामात आप सिरजनहारे धारिया। गुरु रामदास पातशाह की जिहड़ी वडियाई आ ਉਹਦੇ बारे जिहड़ा चानण पाया गया है वो आपां जदों शब्द पढ़दे हां ते ਉਹਦੇ अर्थ बड़े सुखाले ने आपां नूं समझ आ जांदे ने। ते पंचम पातशाह बारे लिखिया गया चारे जागे चौं जुगी पंचाए नापे हुआ। ਉਹਦੇ ਚ लाइन आउंदी आ तखत बैठा अर्जन गुरु सतगुर का खिवे चंदुआ। भी गुरु अर्जन पातशाह तखत ते सुभाईमान ने, तखत ते विराजमान ने ते खिवे चंदुआ। भी उन्हां दी जिहड़ी शोभा है जिहड़ी उन्हां दी वडियाई आ उन्हां दे गुण आ वो सारे पासे सारी खलकत दे सारी दुनिया दे विच उन्हां दी वडियाई जिहड़ी जय जयकार हो रही आ। चारे जागे चौं जुगी जिवें पहले 4 गुरु महाराज की वडियाई हुई आ, जिवें उन्हां दा हर पासे जस गाया जांदा, उसे तरह धन धन गुरु अर्जन पातशाह का जिहड़ा जस आ उन्हां दी शोभा भी जिहड़ी बहुत उच्ची आ, उन्हां दा भी जिहड़ा गुणगान हर पासे गाया जांदा। ये आपां संखेप मात्र जिहड़ा वा इन्हां ये आपां संखेप मात्र जिहड़ा इहदे बारे आपां विचार कीती आ। ते जे आपां सारे शब्दां दी विचार करिए ਉਹਦੇ वास्ते आपां नूं जिहड़ा समा है वो चाहिदा है। बाद विच भी आपां हुण सारे भैण भरावां ने रल मिल के जिहड़ी आ करनी है, क्योंकि मेरा सिर्फ जदों आपां गुरु ग्रंथ साहिब महाराज नूं पढ़ीए ते पढ़ के ये गल साडे मनां दे विच जरूर आउणी चाहीदी आ सतगुर बचन तुम्हारे निर्गुण निस्तारे। सच्चे पातशाह तुहाडे जिहड़े बचन ने वो एडे अमुल्ले ने, इहो जे बचन ने जिन्हां ने निर्गुण यारियां नूं तार दित्ता। सच्चे पातशाह सानू भी किसी तरह अपने चरनी ला लो, क्योंकि भूले मार्ग जिन्हें बताया ऐसा गुर वड भागी पाया। वड्डियां भागां दे नाल इहो जिहा गुरु सानू मिलिया। धन धन गुरु ग्रंथ साहिब महाराज जिहड़ी सिੱਖੀ ਅਸੀਂ 2 ਭਾਂਡਿਆਂ 'ਚ ਟਿਕਾ ਕੇ ਬਹਿ ਗਏ ਆ। एक भांडा मैनू माफ करना, मैनू इंज लगदा भी असीं एक भांडा जिहड़ा वो कोरे ज्ञान दा रख लिया ते दूजा भांडा जिहड़ा असीं वो कोरे शरधा दा रख लिया। जिहड़ा कोरा ज्ञान आ ये भी किसी काम नहीं, ते जिहड़ी कोरी शरधा है ना जिहड़ी असीं कहना भी हाँ ये वो भी किसी काम नहीं। वैसे तो कहा जाता है, आखदे ने मेरे फादर साहब आख्या करदे सी, मैनू पता नहीं, उन्होंने हमेशा कहना जिहड़ा विश्वास हुंदा है ना, जिहड़ी शरधा हुंदी है वो अन्नी हुंदी, विश्वास अन्ना ही हुंदा है। जे अन्ना ना होया तो फिर विश्वास काहदा, पर जिहदे उत्ते विश्वास होवे वो अन्ना नहीं होना चाहिए, वो अखां वाला होना चाहिए। ते सानू इस गल दा विश्वास है, सानू इस गल दा भरोसा है कि साडा जिहड़ा विश्वास आ वो धन धन गुरु ग्रंथ साहिब महाराज दे उत्ते आ। साडा जिहड़ा गुरु आ वो संपूर्ण आ, ते असीं संपूर्ण गुरु दे कोल आके ये बेनती करदे आ कि सच्चे पातशाह असीं आ गए हैं, हुण साडे कोल होर कोई रस्ता है नहीं,
अब हम चली ठाकुर पे हार, जब हम शरण प्रभु की आई, राख प्रभु भावें मार। असीं आ गए हैं सच्चे पातशाह, सानू किसी गल का पता नहीं, ना सानू चतराइयां आउंदियां, ना सानू कोई चतराई कोई सिखा भी देवे तो सानू पता नहीं। असीं सारियां चीज़ां अग्गे च डाह के आए हैं, तुहाडे कोल आके मत्था टेकिया ते तुसीं सानू अगे वास्ते अपनी आत्मा नू सोधन वास्ते ये मत बुद्ध भी तुसीं बख्शनी है। सो इसे मत बुद्ध नू जो तुसीं बख्शोगे इसे अनुसार असीं चलदे जावांगे। ते इन्हां नुक्तियां दे नाल आपां हुण सारे भैण भरा, मैं सवालों का तो कोई जवाब नहीं दे सकती क्योंकि इस काबिल मैं नहीं हैगी कि मैं किसी सवाल का जवाब दे सका, पर यह जरूर आ कि आपां विचार जरूर कोई भी भैण भरा करनी चाहे आपां कर सकते हैं। तो मैनू भी कोई जो कुछ समझाना चाहे तो जरूर समझावे, ताकि अगे वास्ते मेरी ज्ञान दे विच, मेरी नॉलेज दे विच होर वाधा होवे। क्यों मेरे कोल कोई ना कोर्स आ ना कुछ आ, सिर्फ इन्ना जरूर आ मैं किताबां पढ़ के जिवें जदों मैं पाठ करदी सी ते पाठ करदियां मन च आउंदा सी ते गल समझ नहीं आउंदी ये किवें आऊगी। उत्थों फिर किताबां पढ़नियां शुरू कीतियां, जदों बुक्स पढ़न लग पे, किताबां पढ़न लग पे, फिर एक आदत नाल होर बना लई भी जो मैं पढ़दी सी उह नाल लिखदी जरूर सी। लिख के उस चीज़ नूं फिर ये सी, क्योंकि कईयां दी ते मैमरी बड़ी शार्प हुंदी आ, पढ़ लिया ते याद हो गया, मेरी इन्नी है नहीं। मैनूं ते फिर इन्ना सी भी नाल मैं लिखदी सी, लिख के नाल कहना भी आह चीज़ लिख लई, जे इत्थे लिख लई ते चलो कदी ना कदी दिमाग च भी लिखी जाऊगी। इस करके इन्नियां बेनतियां प्रवान, बहुत कुछ वध घट बोलिया गया होगा, भुलना चुका दी खेमा। मेरा कोई भी वीर भैन कुछ भी मैनूं समझाउणा चाहे ते जरूर मैनूं समझावे, भुलना चुका दी खेमा। आओ जी फतेह नाल सांझ पाइए। वाहिगुरू जी का खालसा, वाहिगुरू जी की फतेह। वाहिगुरू जी की फतेह जी, फतेह। बहुत बहुत धन्नवादी हाँ अपनी भैन मनदीप कौर जी दे, जिन्हां ने बहुत ही थोड़े टाइम दे विच दोहां ही बाणियां दी साडे नाल सांझ पाई है। ते ये भी शुकराना करदे हां भी हर का बिलोव ना बिलोवो मेरे भाई, सहज बिलोवो जैसे तत ना जाई। उस तत नूं सांभण वास्ते असीं सारे इत्थे मिल के बैठे हाँ। सो भैन जी हुणां ने अपने विचार दिते हन। हुण अगे कोई भी साडा वीर कोई भी अपने विचार जरूर सांझ करना चाहुंदा होवे या कुछ पुछना चाहुंदे हन होर तुसीं पुछो, या होर विचार देना ही साडे नाल भी सांझ पाओ, समझाओ। कोई भी वीर भैन दा कोई भी सुझाव होवे, विचार होवे या कोई भी सवाल होवे, ओ प्लीज तुसीं अपना हुण शेयर कर सकदे हो जी। मैं एक गल पुछनी सी भैन जी, तुसीं मैं मेरे दिमाग च बड़ी नहीं गल, मैंने ठीक तरह सुनिया नहीं। तुसीं कहा सी भी केसो गोपाल पंडित सद्यो, तुसीं ये तो जरूर कहा भी पंडित बहुवचन है, पर तुसीं ये कहा सी भी पंडित दे थले औंकड़ है या औंकड़ नहीं है, वो मैनू सुनिया नहीं ठीक तरह। नहीं औंकड़ नहीं है ना, औंकड़ नहीं। ठीक है, औंकड़ होएगा फिर, जे औंकड़ होएगा फिर तो एक वचन हो गया। मैनू वही गल क्लीयर नहीं हुई, इस वास्ते मैं चाहता सी कि दोबारा पूछ के क्लैरिफिकेशन कर लिए। बहुत बढ़िया, होर कुछ दसो, जे कुछ मैनू दसना समझाना चाहते तो जरूर समझाओ। ये तो तुसीं बड़ी कॉम्प्लिकेटेड गल करती है। नहीं कॉम्प्लिकेटेड क्यों है, मैनू पता तुसी बहुत, ताड़ी खोज बड़ी तकड़ी है। नहीं इस तरह नहीं। एक गल होर तुसी समझा सकते हो? हाँ जी। फेरू आण, हाँ जी, फेरू आण दा अर्थ जे तुसी दस दिओ भी फेरू आण दा अर्थ की है, लोकां नूं समझ लग जाएगी, नहीं तो मैं बाद च गल कर सकदा। नहीं तुसी समझाओ, कोई गल नहीं, समझाओ। तुहाडा काम तुसी अपने करो। हाँ दसो तुसी। हाँ जी, कहते फेर वसाया फेरू आण सतगुरु खडूर, ਇਹਦੇ ਵਿੱਚ ਉਹਨਾਂ ਨੇ ਜਿਵੇਂ ਬਾਬਾ ਫੇਰੂ ਜੀ ਦਾ ਨਾਮ ਆ ਨਾ, ਉਹਨਾਂ ਦੇ ਪਿਤਾ ਜੀ ਜਿਹੜੇ, ਉਹਨਾਂ ਦਾ ਨਾਮ ਮਤਲਬ ਨਾਲ ਲੈ ਕੇ ਉਹਨਾਂ ਨੇ ਇਹ ਗੱਲ ਸਮਝਾਈ ਹੈ। ਹਾਂਜੀ हाँ बिल्कुल सही है। यही मैं चाहता सी कि जेडे पार्टिसिपेंट्स हैं उन्होंने नूं पता लग जाए कि फेरू का अर्थ की है, बस वही मेरा मकसद सीगा। हाँ जी बिल्कुल जी, जिस तरह भैन मनदीप कौर जी ने हुणी दस्सिया, मेरी आवाज आ रही है सारिਆਂ ਨੂੰ जी? हाँ जी हाँ जी आ रही है। हाँ, ਸਾਨੂੰ ਗੁਰਬਾਣੀ ਦੇ एक छोटा जा सवाल से, जिसका भैन जी ने दस्सिया हैगा कि बाबा सुंदर जी दी बाणी विच जो कुछ है सब कुछ इत्थे ही है,
ਉਹਨਾਂ ਨੇ ਕਿਹਾ ਕਿ ਬਾਕੀ ਮਰਨ ਦੇ ਬਾਅਦ ਆਵਾਜ਼ ਨਹੀਂ ਆ ਰਹੀ ਵੀਰ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਹੈਲੋ, ਆਵਾਜ਼ ਆ ਰਹੀ ਹੈ ਜੀ। ਮਨਦੀਪ ਕੌਰ ਜੀ ਤੁਹਾਨੂੰ ਸੁਣੀ ਆਵਾਜ਼ ਆ ਰਹੀ ਜੀ ਮੇਰੀ? ਆ ਰਹੀ ਹੈ ਜੀ, ਆ ਰਹੀ ਹੈ। ਹਾਂਜੀ, ਤੇ ਮੈਂ ਇਹ ਕਹਿ ਰਿਹਾ ਸੀ ਕਿ ਜਿਸ ਤਰ੍ਹਾਂ ਭੈਣ ਜੀ ਨੇ ਦੱਸਿਆ ਕਿ ਬਾਬਾ ਸੁੰਦਰ ਜੀ ਦੀ ਬਾਣੀ ਵਿੱਚ ਦੱਸਿਆ ਉਹਨਾਂ ਨੇ ਕਿ ਜੋ ਕੁਛ ਹੈ ਸਾਡਾ ਇੱਥੇ ਹੀ ਹੈ, ਤੇ ਬਾਅਦ ਵਿੱਚ ਮਰਨ ਦੇ ਬਾਅਦ ਕੋਈ ਪਿੰਡਦਾਨ ਜਾਂ ਕੋਈ ਬਿਸਤਰ ਜਾਂ ਕੁਝ ਕਰਨੇ ਦੀ ਲੋੜ ਨਹੀਂ, ਜਾਂ ਨਾ ਹੀ ਕਰਨੇ ਚਾਹੀਦੇ ਨੇ। ਪਰ ਦੋ ਚੀਜ਼ਾਂ, ਤਿੰਨ ਚਾਰ ਚੀਜ਼ਾਂ ਜੋ ਜੜੀਆਂ ਨੇ, ਤੁਸੀਂ ਬਾਣੀ ਵਿੱਚ ਵੀ ਆਉਂਦੀਆਂ ਨੇ, ਹਰ ਜਗ੍ਹਾ ਤੇ ਆਉਂਦਾ ਕਿ ਦਰਗਹਿ ਪਾਵੈ ਮਾਨ, ਜਾਂ ਜਿਸ ਤਰ੍ਹਾਂ ਲੋਕ ਪਰਲੋਕ ਸੁਹੇਲੇ। ਤੇ ਇਹਦਾ ਮਤਲਬ ਹੈ ਕਿ ਜੇ ਦੂਜਾ ਹਿੱਸਾ ਹੈਗਾ ਦਰਗਾਹ ਦਾ ਜਾਂ ਪਰਲੋਕ ਦਾ, ਉਸ ਤੇ ਕੋਈ ਚਾਨਣਾ ਪਾ ਸਕਦੇ ਹੈਗੇ? ਦੇਖੋ, ਅਸੀਂ ਤਾਂ ਜਿਹੜੀ ਜਿੰਨਾ ਵੀ ਮੈਂ ਗੁਰਬਾਣੀ ਦੇ ਅਰਥ ਪੜ੍ਹੇ ਨੇ, ਮੈਨੂੰ ਤੇ ਇਹਦੀ ਗੱਲ ਦਾ ਪਤਾ ਹੈ ਵੀ ਜੋ ਕੁਛ ਆਪਣੇ ਅਸੀਂ ਜਿੰਦੇ ਜੀ ਕਰ ਜੀਏ ਉਹੋ ਹੀ ਸਾਰਾ ਕੁਝ ਸਹੀ ਹੈ। ਜਿਹੜਾ ਆਪਾਂ ਜੇ ਹੁਣ ਇਸ ਐਸਪੈਕਟ ਨੂੰ ਆਪਾਂ ਲੈ ਕੇ ਚੱਲਾਂਗੇ ਨਾ, ਲੋਕ ਪਰਲੋਕ ਸਾਰਾ ਕੁਝ, ਤੇ ਇਹਦੇ ਵਾਸਤੇ ਆਪਾਂ ਇੱਕ ਜ਼ਰੂਰ ਵੱਖਰੀ ਵਿਚਾਰ ਕਰਾਂਗੇ। ਉਹ ਵਿਚਾਰ ਇੱਕ ਉਹ ਵੀ ਹੋਣੀ ਚਾਹੀਦੀ ਆ ਵੀ ਆਵਾਗੌਣ, ਜਿਵੇਂ ਧਰਮਰਾਜ, ਸਾਰਾ ਕੁਝ ਉਹਦੇ ਚ ਫਿਰ ਸਾਰੀਆਂ ਵਿਚਾਰਾਂ ਆਉਣਗੀਆਂ। ਉਹ ਫਿਰ ਆਪਾਂ ਜ਼ਰੂਰ ਇੱਕ ਕਲਾਸ ਰੱਖਾਂਗੇ। ਹਾਂਜੀ, ਚਲੋ ਇੰਤਜ਼ਾਰ ਕਰਾਂਗੇ ਜੀ। ਹਾਂਜੀ, ਬਿਲਕੁਲ ਜੀ, ਬਿਲਕੁਲ। ਇਹ ਐਕਚੁਅਲੀ ਜਿਹੜਾ ਸਤਬਾਣੀ ਹੈਗੀ ਹੈ, ਇਹ ਹੈ ਹੀ ਉਸ ਉਹਦੇ ਨਾਲ ਥੋੜਾ ਜਿਹਾ ਸੰਬੰਧ ਰੱਖਦਾ ਟੌਪਿਕ ਵੀ। ਬਾਅਦ ਚੋਂ ਚਲਾਣਾ ਕੀਤੇ ਜਾਂਦੇ ਅਖੰਡ ਪਾਠ ਸਾਹਿਬ ਰੱਖਿਆ ਜਾਂਦਾ ਵਾ, ਫਿਰ ਉਹਦਾ ਭੋਗ ਪੈਂਦਾ, ਤੇ ਬਾਅਦ ਚ ਉਹਨੂੰ ਸਪੈਸ਼ਲ ਤੌਰ ਤੇ ਪੜ੍ਹਿਆ ਜਾਂਦਾ। ਕਈ ਵਾਰ ਨਾ ਪੜ੍ਹਿਆ ਜਾਏ, ਜਿਹਨੂੰ ਮਾੜਾ ਮੋਟਾ ਗਿਆਨ ਹੁੰਦਾ ਉੱਠ ਕੇ ਕਹਿ ਦਿੰਦਾ ਵੀ ਤੁਸੀਂ ਬਾਣੀ ਕਿਉਂ ਨਹੀਂ ਪੜ੍ਹੀ, ਤੇ ਅਧੂਰਾ ਕੰਮ ਹੋਇਆ। ਸੋ ਬਾਣੀ ਆਪਣੇ ਆਪ ਵਿੱਚ ਇੱਕ ਸੰਪੂਰਨ ਹੈ। ਕੋਈ ਵੀ, ਕਿਉਂਕਿ ਅਗਰ ਇੱਕ ਵਾਰ ਇੱਕ ਓਂਕਾਰ ਤੋਂ ਲੈ ਕੇ ਬਾਣੀ ਦਾ ਸ਼ੁਰੂ ਹੋਇਆ, ਭਾਵੇਂ ਸਹਿਜ ਪਾਠ ਕੀਤਾ ਪਰਿਵਾਰ ਨੇ ਜਾਂ ਕਰਵਾਇਆ ਹੈ ਅਖੰਡ ਪਾਠ ਸਾਹਿਬ, ਸੋ ਉਹਦੇ ਵਿੱਚੋਂ ਬਾਅਦ ਵਿੱਚੋਂ ਕੋਈ ਐਸਾ ਨਹੀਂ ਮੰਨਣਾ ਸਾਨੂੰ ਚਾਹੀਦਾ ਵੀ ਆਹ ਉਚੇਚੀ ਬਾਣੀ ਗੁਰੂ ਸਾਹਿਬ ਨੇ ਇਸ ਨੂੰ ਮੁੱਖ ਰੱਖਦਿਆਂ ਕੀਤੀ ਹੋਈ ਹੈ। ਬਾਣੀ ਦੀ ਆਪਣੇ ਆਪ ਵਿੱਚ ਹੀ ਸਭ ਤੋਂ ਸਰਵੋਤਮਤਾ ਹੈ, ਨਾ ਕਿ ਕਿਸੇ ਖਾਸ ਮਕਸਦ ਨੂੰ ਰੱਖ ਕੇ। ਔਰ ਬਾਣੀ ਜਿਉਂਦਿਆਂ ਜੀ ਵਾਸਤੇ ਹੈ, ਕਿਉਂਕਿ ਸਤਿਗੁਰ ਜਾਗਤਾ ਹੈ ਦਿਓ ਇੱਕ ਸਾਡੇ ਕੋਲ, ਜੋ ਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਈ ਵਾਲੀ ਗੱਲ ਹੈ। ਇਹ ਜਿਉਂਦਿਆਂ ਜੀ ਅਸੀਂ ਬਾਣੀ ਨੂੰ ਸਮਝਣਾ ਹੈ। ਮਰਨ ਤੋਂ ਬਾਅਦ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਦਾ ਜਾਵਾਂ, ਜਿਵੇਂ ਹੁਣੀ ਵੀਰ ਜੀ ਨੇ ਗੱਲ ਕੀਤੀ ਹੈ, ਉਹਦੇ ਵਿੱਚ ਪਹਿਲਾਂ ਪਤਾ ਕੀ ਕਿਹਾ, ਇਹ ਲੋਕ ਸੁਖੀਏ। ਪਹਿਲਾਂ ਜੇ ਤੂੰ ਲੋਕ ਸੁਹੇਲਾ ਕਰ ਲਿਆ, ਸਮਝ ਲਿਆ ਪਰਲੋਕ ਤੇਰਾ ਆਪ ਹੀ ਸਵਰ ਗਿਆ। ਜਿਹੜਾ ਮੰਨੀ ਬੈਠੇ ਹਾਂ ਅਸੀਂ, ਇੱਕ ਸੋ ਕਾਲਡ ਅਸੀਂ ਕਹਿ ਸਕਦੇ ਹਾਂ ਕੋਈ ਪਰਲੋਕ, ਜੇ ਆਪਾਂ ਹਜੇ ਲੋਕ, ਅੱਜ ਬੰਦੇ ਨੇ ਕੀ ਕੀਤਾ, ਪਰਲੋਕ ਨੂੰ ਵਸਾਉਣ ਦੇ ਲਈ ਆਪਣਾ ਲੋਕ ਉਜਾੜ ਲਿਆ। ਸੋ ਆਪਾਂ ਇੱਕ ਵੱਖਰਾ ਇੱਕ ਕਦੀ ਬਣਾਵਾਂਗੇ ਵੀ ਜਿਹੜੇ ਆ ਚੀਜ਼ਾਂ ਨੇ, ਧਰਮਰਾਜ ਦਾ ਕੀ ਹੈ, ਜਾਂ ਭੈਣ ਜੀ ਨੇ ਹੁਣੀ ਕਿਹਾ ਵਾ ਆਵਾਗਮਨ ਕਿਹਨੂੰ ਕਹਿੰਦੇ ਨੇ, ਕਿਹੜਾ ਲੋਕ ਪਰਲੋਕ ਦੀ ਗੱਲ ਬਾਣੀ ਵਿੱਚ ਕੀਤੀ ਗਈ ਹੈ, ਇਹ ਸਾਰੀਆਂ ਚੀਜ਼ਾਂ ਇੱਕ ਆਪਣੇ ਆਪ ਵਿੱਚ ਵੱਖਰਾ ਵਿਸ਼ਾ ਹਨ। ਸੋ ਮੈਂ ਜਿਹੜੀ ਬੇਨਤੀ ਕਰਨ ਲੱਗਾ ਹਾਂ ਕਿ ਜਿਵੇਂ ਆ ਹੁਣੀ ਸਾਡੇ ਸਤਿਕਾਰਯੋਗ ਬੜੇ ਹੀ ਖੋਜੀ ਬੰਦੇ ਹਨ ਭਾਈ ਮਨਜੀਤ ਸਿੰਘ ਜੀ, ਉਹਨਾਂ ਨੇ ਕਿਹਾ ਵੀ ਫੇਰੂਆਨ, ਸਾਨੂੰ ਸਮਝ ਆਉਣੀ ਚਾਹੀਦੀ ਹੈ ਵੀ ਫੇਰੂਆਨ ਦਾ ਕੀ ਅਰਥ ਹੈ। ਇਸ ਗੱਲ ਤੇ ਇੱਕ ਹੋਰ ਬੜਾ ਸਾਨੂੰ ਪੱਖ ਮਿਲਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ, ਤਾਂ ਹੀ ਤੇ ਭਗਤ ਸਾਹਿਬਾਨੀਆਂ ਬਾਣੀ ਵਿੱਚ ਕਹਿੰਦੇ ਨੇ ਵੀ ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਇਹਦੇ ਵਿੱਚੋਂ ਬੜਾ ਅਸੀਂ ਤੱਤ ਸੰਭਾਲ ਸਕਦੇ ਹਾਂ, ਇੱਕ ਵਿਚਾਰ ਪੱਖੋਂ ਵੀ ਤੇ ਇਤਿਹਾਸਕ ਪੱਖੋਂ ਵੀ ਅਸੀਂ ਬੜਾ ਕੁਝ ਤੱਤ, ਜੋ ਕਿ ਅੱਜ ਇਤਿਹਾਸ ਦੇ ਪੰਨਿਆਂ ਤੇ ਵੀ ਉਹ ਚੀਜ਼ਾਂ ਸਾਡੇ ਸਾਹਮਣੇ ਨਹੀਂ ਪੇਸ਼ ਕੀਤੀਆਂ ਜਾ ਰਹੀਆਂ, ਜੋ ਸਾਖੀਆਂ ਬਣਾਈਆਂ ਗਈਆਂ ਨੇ, ਔਰ ਗੁਰਬਾਣੀ ਦੀ ਕਸਵੱਟੀ ਤੇ ਖਰੀਆਂ ਵੀ ਨਹੀਂ ਉਤਰਦੀਆਂ। ਸਾਡੀ ਗੁਰਬਾਣੀ ਵਿੱਚੋਂ ਸਾਨੂੰ ਕੁਝ ਉਹ ਨੁਕਤੇ ਮਿਲ ਜਾਂਦੇ ਨੇ ਜਿਹੜੇ ਇਤਿਹਾਸਕ ਪੱਖਾਂ ਨੂੰ ਵੀ ਬੜਾ ਸੋਹਣਾ ਤਰੀਕੇ ਦੇ ਨਾਲ ਸਪਸ਼ਟ ਕਰਦੇ ਹਨ। ਸੋ ਗੁਰਬਾਣੀ ਆਪਣੇ ਆਪ ਵਿੱਚ ਹੀ ਇੱਕ ਜਿਉਂਦਾ ਜਾਗਦਾ ਇਤਿਹਾਸ ਕਹਿ ਲਓ, ਜਿਉਂਦੀ ਜਾਗਦੀ ਸਾਡੀ ਜੀਵਨ ਜਾਚ ਹੈ। ਜਿਉਂਦਿਆਂ ਜੀ ਨੂੰ ਹੋਰ ਸਵਾਰਨ ਦੇ ਵਾਸਤੇ ਇੱਕ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤਾ ਹੋਇਆ ਸ਼ਬਦਾਂ ਦਾ ਅਥਾਹ ਖਜ਼ਾਨਾ ਹੈ। ਤਾਂ ਇਸ ਕਰਕੇ ਜਦੋਂ ਵੀ ਬਾਣੀ ਨੂੰ ਆਪਾਂ ਵਿਚਾਰਨਾ ਵਾ, ਹਰ ਕਾ ਬਿਲੋਵ ਨਾ ਮਨ ਕਾ ਵਿਚਾਰਾ, ਇਹ ਸਾਡੇ ਜਿਹੜਾ ਰੱਬੀ ਬਿਲੋਵਨਾ, ਜਿਹਨੂੰ ਕਿਹਾ ਹਰ ਕਾ ਬਿਲੋਵ ਨਾ ਬਿਲੋਵ, ਉਹ ਗੁਰੂ ਭਗਤ ਜੀ ਕਹਿੰਦੇ ਨੇ ਜਿਹੜਾ ਬਿਲੋਵਨਾ ਹੈ ਉਹ ਮਨ ਕਾ ਵਿਚਾਰ ਹੈ, ਸਾਡੇ ਆਪਣੇ ਆਪ ਨੂੰ ਵਿਚਾਰ ਕਰਨੀ ਹੈ। ਤੇ ਜਿਵੇਂ ਭੈਣ ਜੀ ਨੇ ਕਿਹਾ ਵੀ ਬਾਣੀ ਪੜ੍ਹਦੇ ਹਾਂ ਅਸੀਂ ਆਪਣੇ ਆਪ ਨੂੰ ਮੁੱਖ ਰੱਖੀਏ ਵੀ ਇਹ ਗੁਰਬਾਣੀ ਮੇਰੇ ਲਈ ਹੈ ਔਰ ਮੈਨੂੰ ਇਹਦੇ ਵਿੱਚੋਂ ਕੀ ਸੁਨੇਹਾ ਮਿਲਦਾ ਹੈ। ਸੋ ਹੋਰ ਕੋਈ ਵੀਰ ਭੈਣ ਦਾ ਕੋਈ ਵੀ ਸੁਝਾਵ ਸਾਡੇ ਨਾਲ ਸਾਂਝ ਕਰਨਾ ਚਾਹੁੰਦੇ ਹੋਣ ਤੇ ਉਹ ਪਲੀਜ਼ ਜ਼ਰੂਰ ਸਾਂਝ ਕਰਨ, ਸ਼ੇਅਰ ਕਰਨ ਜੀ ਆਪਣੇ ਖਿਆਲ, ਆਪਣੇ ਵਿਚਾਰ, ਤਾਂ ਕਿ ਅਸੀਂ ਜਿਹੜੇ ਇੱਕ ਸਫਾ ਵਿਛਾ ਕੇ ਹੁਣ ਬੈਠ ਗਏ ਹਾਂ ਤੇ ਗਿਆਨ ਵਿੱਚੋਂ ਗਿਆਨ, ਰੁਪਈਏ ਨਾਲ ਰੁਪਈਆ ਵਟਾਏ ਬੰਦਾ ਰੁਪਈਆ ਹੀ ਰਹਿ ਜਾਂਦਾ, ਤੇ ਜਦੋਂ ਗਿਆਨ ਵਿਚਾਰ ਦੇ ਨਾਲ ਵਿਚਾਰ ਮਿਲਦਾ ਤੇ ਉਹ ਦੋ ਹੋ ਜਾਂਦੇ ਨੇ, ਉਹਨਾਂ ਵਿੱਚ ਵਾਧਾ ਹੋ ਜਾਂਦਾ ਹੈ। ਸੋ ਜਿੰਨੇ ਵੀ ਤੁਸੀਂ ਸੁਣਨ ਵਾਲੇ ਬੈਠੇ ਹੋ ਸਾਰੇ ਆਪਣੇ ਆਪ ਵਿੱਚ ਇੱਕ ਗਿਆਨਵਾਨ ਹੋ,
ਤੇ ਪਲੀਜ਼ ਤੁਸੀਂ ਹੋਰ ਕੋਈ ਸਦ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਅੱਜ ਸੁਣਿਆ ਉਹਦੇ ਵਿੱਚੋਂ ਕੋਈ ਖਿਆਲ ਹੋਵੇ ਜਾਂ ਕੋਈ ਸਵਾਲ ਹੋਵੇ, ਤੁਸੀਂ ਪਲੀਜ਼ ਸ਼ੇਅਰ ਕਰ ਸਕਦੇ ਹੋ ਜੀ। ਗੁਰਵਿੰਦਰ ਸਿੰਘ ਜੀ ਥੋੜਾ ਬਿਲੋਵਨੇ ਦਾ ਅਰਥ ਦੱਸ ਦਿਓ ਤਾਂ ਕਿ ਜਿਹੜੇ ਪਾਰਟਿਸਿਪੈਂਟਸ ਹੈ ਉਹਨਾਂ ਨੂੰ ਪਤਾ ਲੱਗ ਜਾਏ ਵੀ ਬਿਲੋਵਨਾ ਕੀ ਚੀਜ਼ ਹੈ। ਹਾਂ ਦੇਖੋ ਜੀ, ਬਿਲੋਵੋ ਹੁੰਦਾ ਵਾ ਜਿਵੇਂ ਆਪਾਂ ਕਹਿ ਸਕਦੇ ਹਾਂ ਬਈ ਜਦੋਂ ਮੱਖਣ ਨੂੰ ਕੋਈ ਦਹੀਂ ਵਿੱਚ ਮਧਾਣੀ ਪਾ ਕੇ ਰਿੜਕਦਾ ਸੀ ਨਾ, ਉਹਨੂੰ ਰਿੜਕਣਾ ਤੇ ਉਹਨੂੰ ਬਿਲੋਵਣਾ ਕਹਿੰਦੇ ਸਨ। ਉਹਦੇ ਵਿੱਚੋਂ ਉਹਨੂੰ ਰਿੜਕ ਕੇ ਆਖਿਰ ਕੋਈ ਸਵਾਣੀ ਜਦੋਂ ਰਿੜਕਦੀ ਸੀ ਤੇ ਉਹਦੀ ਇੱਕ ਕੋਸ਼ਿਸ਼ ਹੁੰਦੀ ਸੀ ਵੀ ਜੇ ਤੇ ਤੇਜ਼ ਤੇ ਰਿੜਕਿਆ ਤੇ ਉਹ ਹੋ ਸਕਦਾ ਮੱਖਣ ਆਏ ਤੇ ਉਹ ਦੁੱਧ ਵਿੱਚ ਬਾਅਦ ਚੋਂ ਰਲ ਸਕਦਾ ਜਾਂ ਛਲਾਕਾ ਲਾ ਕੇ ਉਹ ਬਾਹਰ ਡਿੱਗ ਸਕਦਾ। ਅਸੀਂ ਵੀ ਖੁਦ ਜਦੋਂ ਪਹਿਲਾਂ ਸਾਡੀ ਮੰਮੀ ਸਾਨੂੰ ਕਹਿੰਦੀ ਹੁੰਦੀ ਸੀ ਪੋਤੇ ਨੂੰ ਸਹਿਜ ਨਾ ਰਿੜਕ ਵੇਖੀ, ਕਿਉਂਕਿ ਦਹੀਂ ਆ ਗਿਆ ਤੇ ਇਹਨੇ ਮੁੜ ਕੇ ਲੱਸੀ ਵਿੱਚ ਮਿਲ ਜਾਣਾ, ਨਹੀਂ ਤੇ ਮਟਕੀ ਵਿੱਚੋਂ ਬਾਹਰ ਡਿੱਗ ਜਾਣਾ ਜੇ ਬਹੁਤਾ ਛਲਾਕਾ ਲੱਗ ਗਿਆ। ਤੇ ਮਤਲਬ ਬਹੁਤਾ ਸਲੋ ਵੀ ਨਾ ਕੀ ਰਗੜੀ ਕਿ ਦਿਨ ਹੀ ਲੰਘ ਜੇ ਤੇਰਾ ਕਿ ਮੱਖਣ ਆਏ ਕੋਈ ਨਾ। ਸੋ ਰਿੜਕਣਾ ਜਿਹੜੀ ਕਿਰਿਆ ਸੀ ਨਾ ਉਹ ਬਿਲੋਵਣਾ ਸੀ, ਤੇ ਉਹਦੀ ਆਪਣੇ ਆਪ ਵਿੱਚ ਇੱਕ ਬੜੀ ਮਹਾਨਤਾ ਸੀਗੀ, ਇੱਕ ਆਪਣੇ ਆਪ ਵਿੱਚ ਉਹਦਾ ਡਿਸਿਪਲਿਨ ਅਨੁਸ਼ਾਸਨ ਸੀਗਾ। ਤਾਂ ਇੱਥੇ ਕਿਹਾ ਗਿਆ ਵੀ ਦੇਖੋ ਜਿਹੜੀ ਬਿਲੋਵਣਾ ਉਥੋਂ ਸ਼ਬਦ ਅਸੀਂ ਲਿਆ ਗਿਆ ਵੀ ਕਿਸੇ ਚੀਜ਼ ਦਾ ਰਿੜਕਾ ਪਾ ਕੇ ਤੱਤ ਨੂੰ ਕੱਢ ਲੈਣਾ। ਤੇ ਅਸੀਂ ਹੁਣ ਦੇਖੋ ਗੁਰਬਾਣੀ ਵਿੱਚ ਇੱਕ ਹੋਰ ਥਾਂ ਤੇ ਕਿਹਾ ਤਨ ਕਰ ਮਟਕੀ ਮਨ ਮਾਹੇ ਬਿਲੋਈ ਇਸ ਮਟਕੀ ਮਹਿ ਸ਼ਬਦ ਸੰਜੋਈ, ਵੀ ਸ਼ਬਦ ਦਾ ਰਿੜਕਾ ਪਾ ਕੇ ਗਿਆਨ ਦਾ ਤੱਤ ਕੱਢਣਾ ਹੈ। ਤੇ ਉਹ ਜਿਹੜਾ ਇਹ ਸਰੀਰ ਦੇ ਰਾਹੀਂ ਸਾਡੀ ਮਟਕੀ ਹੈ ਤੇ ਇਹਦੇ ਵਿੱਚ ਮਨ ਦਾ ਸੀ ਮਧਾਣੀ ਪਾ ਕੇ ਸ਼ਬਦ ਨੂੰ ਰਿੜ ਕੇ ਗਿਆਨ ਦਾ ਤੱਤ ਕੱਢਣਾ ਹੈ। ਤੇ ਅਸੀਂ ਸਾਰੇ ਸਮਝ ਲਓ ਵੀ ਉਹ ਸਵਾਣੀਆਂ ਵਾ ਜਿਹੜੀ ਸ਼ਬਦ ਦਾ ਰਿੜਕਾ ਪਾ ਕੇ ਵਿੱਚੋਂ ਗਿਆਨ ਦਾ ਤੱਤ ਕੱਢਣ ਦਾ ਮੱਖਣ ਖਾਣ ਨੂੰ ਅਸੀਂ ਬੈਠੇ ਹੋਏ ਹਾਂ। ਅੱਜ ਰਿੜਕਾ ਪਾਇਆ ਭੈਣ ਮਨਦੀਪ ਕੌਰ ਨੇ ਤੇ ਸਾਨੂੰ ਗਿਆਨ ਦੇ ਪੇੜੇ ਪਰੋਸ ਕੇ ਦਿੱਤੇ ਨੇ। ਸੋ ਹੋਰ ਵੀ ਕੋਈ ਜਿਸ ਤੱਕ ਮੈਂ ਖਿਆਲ ਕੀਤਾ ਭਾਈ ਮਨਜੀਤ ਸਿੰਘ ਤੁਸੀਂ ਹੋਰ ਕੋਈ ਸਾਂਝ ਕਰਨਾ ਚਾਹੁੰਦੇ ਹੋ ਤੇ ਪਲੀਜ਼ ਜ਼ਰਾ। ਮੇਰਾ ਇੱਕ ਇਹਦੇ ਨਾਲ ਕਨੈਕਟਡ ਸਵਾਲ ਨਹੀਂ ਹੈਗਾ ਪਰ ਨਾਰਮਲ ਸਵਾਲ ਹੈ ਜਿਹੜਾ ਸ਼ਾਇਦ ਕਿਸੇ ਨੂੰ ਇੰਟਰਸਟ ਹੋਏ। ਤੂੰ ਕਹਿੰਦੀ ਹੈ ਸੋਚੈ ਸੋਚ ਨਾ ਹੋਵੇ, ਇਹ ਕਾਰਨ ਕਾਰਕ ਹੈ ਕਿ ਕਿਹੜਾ ਕਾਰਕ ਹੈ? ਕਿਸ ਤਰ੍ਹਾਂ ਜੀ? ਜਪਜੀ ਸਾਹਿਬ ਦੇ ਵਿੱਚ ਹਾਂ ਸੋਚੈ ਸੋਚ ਨਾ ਹੋਵੇ ਜੀ, ਕਾਰਨ ਕਾਰਕ ਹੈ ਜਾਂ ਕਿਹੜਾ ਕਾਰਕ ਹੈ? ਦੇਖੋ ਉਦਣ ਵੀ ਭਾਈ ਗੁਰਮੀਤ ਸਿੰਘ ਜੀ ਨੇ ਗੱਲ ਕੀਤੀ ਸੀ ਵੀ ਇੱਕ ਚੀਜ਼ ਲੈਂਦੇ ਨੇ ਵੀ ਸੋਚਣ ਵੱਲੋਂ ਕੋਈ ਚੀਜ਼ ਨੂੰ ਸੋਚਣਾ, ਥਿੰਕਿੰਗ ਹੈ ਨਾ। ਤੇ ਜਦੋਂ ਜਿਵੇਂ ਸਵਰਨਜੀਤ ਵੀਰ ਜੀ ਸੀ ਨੇ ਗੱਲ ਕੀਤੀ ਸੀ ਵੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਾਹਮਣੇ ਉਹਨਾਂ ਚੀਜ਼ਾਂ ਨੂੰ ਵੇਖਿਆ ਸੀਗਾ ਜਿਹੜੇ ਲੋਕ ਇੱਕ ਕਰਮ ਕਾਂਡ ਵਜੋਂ ਕਰਦੇ ਪਏ ਸਨ। ਸੋ ਜਦੋਂ ਅਸੀਂ ਸੋਚੇ ਦਾ ਅਰਥ ਸੁਚਮਤਾ ਵੱਲੋਂ ਕਰ ਲੈਨੇ ਆ ਵੀ ਕਿਸੇ ਖਾਸ ਤੀਰਥ ਤੇ ਜਾ ਕੇ ਕਰਨਾ, ਸੁਚਮਤਾ ਰੱਖਣੀ, ਤੇ ਉਦੋਂ ਫਿਰ ਇੱਕ ਕਰਮ ਕਾਰਕ ਵਿੱਚ ਆ ਜਾਂਦਾ ਹੈਗਾ। करण कारक ही है, करण ही है। करण के है कि कर्म के है? ਕਰਨ ਨਹੀਂ। ਇਹ ਦੇਖੋ ਇਹ ਜਦੋਂ ਆਪਾਂ ਨਾ ਕਿ ਆਪਾਂ ਇਹ ਜਿਹੜੇ ਇਹਦੀ ਹੈਗੀ ਮੈਂ ਇਹਦੀ ਸੋਚ ਨਾਲ ਨਹੀਂ ਮੰਨਦੀ, ਸੋਚ ਨਾਲ ਨਹੀਂ ਇਹਦੀ ਕੋਈ, ਉਹ ਮੈਂ ਵੀ ਨਹੀਂ ਮੰਨਦਾ। ਹਾਂਜੀ ਇਹਦੇ ਜਿਹੜੇ ਹੈਗੇ ਆ ਕਿਉਂਕਿ ਉਸ ਟਾਈਮ ਇਹ ਚਾਰ ਜਿਹੜੇ ਜਿਵੇਂ ਵੀਰ ਜੀ ਨੇ ਕਿਹਾ ਸੀ ਨਾ, ਇਹਦੇ ਚਾਰ ਹੀ ਉਸ ਵੇਲੇ ਜਿਹੜੇ ਉਹ ਮੰਨੇ ਜਾਂਦੇ ਸੀ ਵੀ ਜੇ ਮੈਂ ਸੋਚ ਰੱਖ ਲਵਾਂ ਜਾਂ ਮੈਂ ਚੁੱਪ ਹੀ ਹੋ ਜਾਵਾਂ ਜਾਂ ਮੈਂ ਇਸ ਤਰ੍ਹਾਂ, ਤੇ ਉਹਦਾ ਫਿਰ ਜਵਾਬ ਇਸ ਤਰ੍ਹਾਂ ਮਹਾਰਾਜ ਨੇ ਦਿੱਤਾ ਸੀਗਾ ਵੀ ਨਾ ਸੋਚ ਰੱਖਿਆ ਕੁਛ ਹੋਣਾ ਹੈ। ਇਹ ਹਾਂਜੀ ਇਹ ਜੋ ਵੀਰ ਗੁਰਵਿੰਦਰ ਸਿੰਘ ਨੇ ਕਿਹਾ ਇਹ ਠੀਕ ਹੈ। ਇਹ ਮਤਲਬ ਨਾ ਕਿ ਆਪਾਂ ਤੁਸੀਂ ਹੁਣ ਆਪੇ ਦੇਖੋ ਵੀ ਜੇ ਆਪਾਂ ਸੋਚ ਰੱਖਣੀ ਆ ਤੇ ਕਿਹੜਾ ਕਾਰਕ ਆਊਗਾ, ਕਰਮ ਆਊਗਾ ਜਾਂ ਕਿਹੜਾ ਆਊਗਾ। ਹਾਂਜੀ ਇਸ ਤੇ ਥੋੜੀ ਵਿਚਾਰ ਹੋਰ ਕਰਾਂਗੇ ਜਿੱਦਨ ਆਪਣਾ ਗੁਰਮੀਤ ਸਿੰਘ ਜੀ ਦੀ ਸੈਸ਼ਨ ਹੋਏਗਾ। ਪਰ ਮੇਰਾ ਇਸ ਟਾਈਮ ਖਾਲੀ ਸਵਾਲ ਇਹੀ ਸੀ ਵੀ ਅਸੀਂ ਸੋਚਦੇ ਕੀ ਮੀਨਿੰਗ ਆ ਉਸ ਵਿੱਚ ਨਾ ਜਾਈਏ, ਖਾਲੀ ਕਿਹੜਾ ਕਾਰਕ ਹੈ ਮੈਨੂੰ ਇਹੀ ਸਮਝਣਾ ਹੈ ਬਸ, ਦੈਟਸ ਆਲ। ਮਤਲਬ ਗ੍ਰਾਮਰ ਦੀ ਕਲਾਸ ਹੈ। ਹਾਂਜੀ ਬਿਲਕੁਲ ਤੇ ਆਪਾਂ ਕਹਿ ਸਕਦੇ ਆਪਾਂ ਫਿਰ ਨਹੀਂ ਉਹ ਤੇ ਚਲੋ ਜਿੱਦਾਂ ਗੁਰੂ ਸਾਹਿਬ ਸੇਵਾ ਲੈਣਗੇ ਤੇ ਆਪਾਂ ਅੱਜ ਦੇ ਜਿਹੜਾ ਹੈਗਾ ਸਾਡਾ ਅੱਜ ਦਾ ਸੱਦ ਪਾਣੀ ਨਾਲ ਤੇ ਰਾਮਕਲੀ, ਮੈਨੂੰ ਇਹ ਲੱਗਦਾ ਕਿ ਕਿੱਥੇ ਸਾਨੂੰ ਇਨ ਬਿਟਵੀਨ ਇੱਕ ਕੰਡੈਂਸਡ ਜਿਹਾ ਕੋਰਸ ਵੀਰ ਮਨਜੀਤ ਸਿੰਘ ਜੀ ਗ੍ਰਾਮਰ ਬਾਰੇ ਕਰਾਉਣ ਤਾਂ ਕਿ ਸਾਨੂੰ ਥੋੜਾ ਜਲਦੀ ਬਾਣੀ ਸਮਝ ਆ ਸਕੇ।
और मैनू ये पता है, मतलब मेरी जदों भी एक दो बार वीर जी नाल गल हुई है, बहुत ज़्यादा इन्हों ग्रैमर का ज्ञान है और ग्रैमर की एक अपनी इंपॉर्टेंस है। तो मेरी रिक्वेस्ट है कि अगर असी एक कोर्स कंडेंस्ड जिहा जिहड़ा बेयर मिनीमम, मतलब वैसे तो ग्रैमर जिहड़ा शायद कई हफ्ते चल सकता है, पर जो एक अध घंटे विच मुख चीज़ां वीर जी सानूं दस सकणगे तो सानूं बाकी सारे चारों प्रोग्राम नूं उहदे बेनीफिट मिलेगा। वाहिगुरू जी का खालसा, बिल्कुल बिल्कुल जी। नहीं बिल्कुल ये गल बिल्कुल सही है। वीर जी लाउण एक क्लास, भावें बेशक अगले हफ्ते जिहड़ी मंगलवार की क्लास है वो वीर मनजीत सिंह जी ला लैण। बिल्कुल वीर जी ने गल सही कही है कि एक क्लास जिहड़ी एक घंटे की सानूं मेन चीज़ां जिहड़ियां ग्रामर दियां, कित्थे हा बोलना है, हाहे दा होड़ा कित्थे बोलना है, कित्थे नहीं बोलना, ये चीज़ां सानूं मतलब जरूर, क्योंकि उहदे च भी बड़ी कन्फ्यूजन हुंदी है भी हाहे दा होड़ा इत्थे बोलना है, औंकड़ बोलना नहीं बोलना, वो वीर जी जरूर सिखाउण सानूं। की कहते हैं भी पानी वाला खूह जड़ा जिहदे च पानी नहीं हैगा ओहदे च पानी लभदे हो सुक्के खूह च पानी लभदे हो नहीं जी नहीं वीर जी जो रेगिस्तान विच है ना, जिहड़े आप रेगिस्तान च है ओहदे सुक्के खूह च भी पानी कढ लेगा। मेरी बेनती है कि ठीक गल कही है वीर जी ने। मेरी बेनती है गुरविंदर सिंह जी नूं, क्योंकि गुरविंदर सिंह जी उस कॉलेज तो पढ़िया सिख मिशनरी कॉलेज लुधियाना तो, इन्हां नूं क्लास लैनी चाहिए है। हाँ जे तो तुसी मोटी मोटी गल सीखनी है ग्रामर की, उपरों उपरों मैं गल कर सकदा, पर जे आपां ठीक गल सीखनी है तो फिर सानू सही टीचर चाहिए। नहीं आई थिंक मैनू लगदा वा जिन्ने तुसी एक क्लास वही लै लो ते जिन्नी बिल्कुल जिन्नी यथायोग होएगी, जिन्ना मेनू को समझ है उन्नी को ग्रामर दी गल मैं कर लांगा, जिन्नी तुहानू समझ है तुहानू ते फिर अथाई हैगी है ना, ते सानू पता वा भी भावें खूह नूं नहीं पता वो पानी वाला या सुक्का वा, पर सानू लगदा इहदे विच बहुत छल्लां आउणगीआं ते बड़ी खेती हरी भरी हो सकदी है इहदे विचों। चलो ठीक है, वी विल थिंक अबाउट इट, विचार करदे आए थे थोड़ी बहुत जी बिल्कुल। हाँ जी, जिन्ने क नॉलेज है शेयर करांगे, क्योंकि ਉਹਦੇ ਚ ਮੈਨੂੰ ਵੀ ਸਿੱਖਣ ਤੇ ਮਿਲਦਾ ਹੈ। ਜਦੋਂ ਲੋਕੀ ਸਵਾਲ ਕਰਨਗੇ ਤੇ ਮੈਨੂੰ ਵੀ ਪਤਾ ਲੱਗੇਗਾ ਵੀ ਮੈਨੂੰ ਇਸ ਚੀਜ਼ ਦੀ ਹੋਰ ਖੋਜ ਕਰਨੀ ਚਾਹੀਦੀ ਹੈ, ਤਾਂ ਕੋਈ ਮਾੜੀ ਗੱਲ ਨਹੀਂ, ਪਰ ਆਪ ਵਿਚਾਰ ਵਟਾਂਦਰਾ ਦੇਖੋ ਇਹ ਤਾਂ ਕੋਈ ਬਿਲਕੁਲ मतलब मैं अन्ना आगू नहीं बनना चाहता, मैं जिन्नी मैनू नॉलेज है उन्नी की मैं गल करांगा, उस तो ज्यादा नहीं मैं कर सकता। ਤੇ ਚਲੋ ਹੋਰ ਵੀ ਕੋਈ ਸਾਡੇ ਵੀਰ ਭੈਣ ਜੀ ਅੱਜ ਕੋਈ ਸੁਝਾਅ, ਕੋਈ ਵਿਚਾਰ ਖਿਆਲ ਸਾਂਝਾ ਕਰਨਾ ਚਾਹੁੰਦੇ ਹੋਣ, ਸਾਡੇ ਕੋਲ ਟਾਈਮ ਹੈਗਾ ਤੇ ਆਪਾਂ ਕਰ ਲਈਏ ਅੱਗੇ ਫਿਰ ਵਿਚਾਰ। मैं जी छोटी जी ਮੇਰੇ ਖਿਆਲ ਨਾਲ बस छोटा जिहा एक मेरा विचार ये सीगा कि ਅੱਜ ਦੀ ਕਲਾਸ ਦੀ ਡੈਪਥ ਕਾਫੀ, ਮੈਨੂੰ ਤਾਂ ਪੂਰੀ ਰਿਕਾਰਡਿੰਗ ਇੱਕ ਵਾਰ ਫੇਰ ਸੁਣਨੀ ਪਏਗੀ ਟੂ ਬੀ ਵੈਰੀ ਸ਼ੋਰ ਕਿ ਜੋ ਚੀਜ਼ਾਂ ਅੱਜ ਡਿਸਕਸ ਹੋਈਆਂ ਨੇ ਉਹਦਾ ਇੱਕ मतलब की सी। मेरे वास्ते तो बहुत हाई लेवल क्लास सी अज, पर एक चीज बहुत जो भी करना है आपां अपने ही करना है, यू नो ये जड़ा क्रक्स विचार होया सी, ये मैनू बहुत अच्छा लग्या कि असी वेट नहीं कर सकते कि मेरे तो बाद होएगा या उदों होएगा, जो करना जी इस जीवन च ही करना है, ते किसी चीज की वेट नहीं कर सकते असी। बाकी जो रब जिस टाइम कराएगा वो कराएगा, पर अपना उद्यम ना छड्डिए। बहुत अच्छी गल मनदीप जी ने दसी, थैंक यू जी। डॉक्टर चरणदीप कौर जी अपने कोई ख्याल कोई विचार जरूर साझे करो तुसी। हां जी, वाहिगुरू जी खालसा वाहिगुरू फतेह। जी मैं भैन जी नूं ये कहना चाहांगी कि अज इन्ना रस आया, उन्होंने इन्ने घट टाइम विच इन्ना कुछ दस्सिया, इस तो पता लगदा उन्होंने किन्नी खोज की है, और मैं ना नाल देखदी पई सी उन्होंने किन्ना सिलेबस कवर कर लिया। मतलब जिवें हुंदे ना कई जदों मैनूं याद है स्कूल विच ना जदों एग्जाम नेड़े आन लगदे सी ना, ते टीचरां कोल जे बहुत सारा कोर्स लै गए सी ना, इक्को क्लास ढेर मुका दिंदे सी जी। मैं आज इन्ना सारा कोर्स पर इन्ना सानू रस आया, दैट मीन्स उन्हां दी अपनी इन्नी इन डेप्थ नॉलेज है, बड़ी उन्होंने खोज की हुई है, उन्होंने जिद्दां कवर किया है, ते मैं उन्हां दा बहुत धन्नवाद करदी हां। ते
ਜਿਹੜਾ ਇੰਨਾ ਕੁਝ ਸੁਣਨ ਨੂੰ ਮਿਲਿਆ ਉਸ ਤੋਂ ਲੱਗ ਰਿਹਾ ਸੀਗਾ ਕਿ ਵੀ ਜਿਹੜਾ ਵਿੱਚ ਇੱਕ ਇੱਕ ਤੁਕ ਦੀ ਸ਼ਾਇਦ ਵਿਚਾਰ ਹੋਣੀ ਚਾਹੀਦੀ ਹੈ। ਬਹੁਤ ਸੋਹਣਾ ਉਹਨਾਂ ਨੇ ਕੀਤਾ ਹੈਗਾ। ਬਾਕੀ ਦੇਖੋ ਵਾਹਿਗੁਰੂ ਅੱਗੇ ਕਿੱਦਾਂ ਕਰਾਏਗਾ, ਤੇ ਮੈਂ ਬਹੁਤ ਧੰਨਵਾਦ ਕਰਦੀ ਹਾਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ। ਸਾਡੇ ਅੰਕਲ ਜੀ ਵੀ ਆ ਗਏ ਨੇ, ਜੀ ਆਇਆਂ ਨੂੰ ਅੰਕਲ ਜੀ। ਤੇ ਅੱਜ ਦੇ ਤੁਸੀਂ ਪਲੀਜ਼ ਕੋਈ ਜਰੂਰ ਸਾਂਝੇ ਕਰੋ ਪਲੀਜ਼, ਅੱਜ ਦੇ ਤੁਹਾਨੂੰ ਮਿਸ ਕਰ ਰਹੇ ਸੀ ਅਸੀਂ ਸਾਰੇ ਜਣੇ। ਜੀ ਆਇਆਂ ਨੂੰ ਪਲੀਜ਼। ਜਸਟ ਅ ਮਿੰਟ, ਆਈ ਥਿੰਕ ਜੋੜਕਾ ਸਾਹਿਬ ਦਾ ਕੋਈ ਕੁਐਸਚਨ ਹੈ। ਚਰਨਜੀਤ ਜੀ ਤੁਸੀਂ ਮਿਊਟ ਤੇ ਆ ਗਏ ਹੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਸ ਮੈਂ ਹੁਣੇ ਮੇਰੀ ਉਹ ਜਿਹੜੀ ਕੋਈ ਕਾਨਫਰੰਸ ਸੀ ਤੇ ਮੈਂ ਹੁਣੇ ਫਿਨਿਸ਼ ਆਇਆ ਤੇ ਮੈਂ ਦੇਖਾ ਜਰਾ ਮੈਂ ਧਿਆਨ ਤੇ ਦੇ ਰਹੀ ਸੀ। ਚਲੋ ਮੈਂ ਰਿਕਾਰਡ ਸੁਣਾਂਗਾ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਪਲੀਜ਼ ਗੁਰਿੰਦਰ ਜੀ ਪਲੀਜ਼ ਕੰਟੀਨਿਊ। ਇਹਨੂੰ ਕਹਿੰਦੇ ਨੇ ਜਿਹੜੇ ਹਾਜ਼ਰ ਹੋ ਗੈਰ ਹਾਜ਼ਰ, ਗੈਰ ਹਾਜ਼ਰ ਉਹ ਹਾਜ਼ਰ ਵੀ ਹੋ ਜਾਂਦੇ ਨੇ ਸੁਰਤ ਕਰਕੇ। ਤੇ ਸੁਰਤ ਕਰਕੇ ਤੁਸੀਂ ਸਾਡੇ ਨਾਲ ਹੀ ਸੀਗੇ, ਧੰਨਵਾਦ ਤੁਹਾਡਾ ਜੀ। ਹਾਂਜੀ, ਸਾਡੇ ਜੋਤਕਾ ਸਾਹਿਬ ਜੀ ਕੁਝ ਪੁੱਛਣਾ ਚਾਹੁੰਦੇ ਸਨ। ਹਾਂਜੀ ਪਲੀਜ਼ ਵੀਰ ਜੀ। ਇਹਨਾਂ ਨੇ ਮਨਦੀਪ ਜੀ ਨੇ ਸਭ ਸਵਾਲ ਕੀਤਾ ਜੀਵਨ ਮੁਕਤ। ਮੈਂ ਬੜਾ ਇਗਨੋਰੈਂਟ ਕੁਐਸਚਨ ਪੁੱਛ ਰਿਹਾ ਕਿ ਇਹ ਕਹਿੰਦੇ ਸਾਰਾ ਕੁਝ ਇਸ ਜੀਵਨ ਵਿੱਚ ਕਰਨਾ। ਕੋਈ ਇਨਸਾਨ ਇੱਕੋ ਜੀਵਨ ਵਿੱਚ ਪੂਰੀ ਤਰ੍ਹਾਂ ਜੀਵਨ ਮੁਕਤ ਹੋ ਸਕਦਾ ਹੈ? ਬੜਾ ਇਗਨੋਰੈਂਟ ਕੁਐਸਚਨ ਹੈ, ਮੈਨੂੰ ਜ਼ਿਆਦਾ ਕੁਝ ਪਤਾ ਨਹੀਂ ਹੈ। ਮੈਂ ਜਸਟ ਪੁੱਛਿਆ ਕਿ ਤੁਸੀਂ ਇਹ ਸ਼ਬਦ ਸਵਾਲ ਕੀਤਾ ਤੇ ਜਿਹੜੇ ਜਿਤਨੀ ਮੈਨੂੰ ਸਮਝ ਆਈ ਹੈ ਮੈਂ ਉਸ ਦੇ ਬਾਰੇ ਪੁੱਛਿਆ। ਦੇਖੋ ਸਾਨੂੰ ਇਹ ਤੇ ਪਤਾ ਨਹੀਂ ਹੈ ਕਿ ਜੀਵਨ ਤੇ ਸਾਨੂੰ ਇੱਕ ਹੀ ਮਿਲਿਆ, ਇਹਨਾਂ ਤਾਂ ਸ਼ੋਰ ਹੈ ਨਾ। ਪਤਾ ਨਹੀਂ ਅੱਗੇ ਜਾ ਕੇ ਕੀ। ਉਹਦੇ ਵੀਰ ਜੀ ਨਾਲੇ ਬਹੁਤ ਸੋਹਣਾ ਸਮਝਾਇਆ ਸੀ ਕਿ ਪਤਾ ਨਹੀਂ ਅਸੀਂ 84 ਲੱਖ ਆ ਕਿ 1 ਕਰੋੜ ਹੈ ਕਿ ਕੀ, ਇਹ ਕੋਈ ਪਤਾ ਨਹੀਂ। ਪਰ ਸਾਨੂੰ ਪ੍ਰੈਜ਼ੈਂਟ ਦਾ ਪਤਾ ਹੈ ਕਿ ਸਾਨੂੰ ਜੋ ਵਾ ਅੱਗੇ ਜਾ ਕੇ ਅਸੀਂ ਕੀ ਬਣਨਾ ਸਾਨੂੰ ਨਹੀਂ ਪਤਾ, ਨਾ ਅਸੀਂ ਉਹ ਤੋਂ ਕੁਝ ਲੈਣਾ ਦੇਣਾ। ਸਾਨੂੰ ਇੰਨਾ ਪਤਾ ਹੈ ਕਿ ਜੇ ਮਨੁੱਖਾ ਜਨਮ ਦੁਲੰਭ ਆ ਤੇ ਹੋਏ ਨਾ ਬਾਰੰਬਾਰ, ਇਹਦੇ ਵਿੱਚ ਅਸੀਂ ਜੋ ਚੰਗਾ ਕਰ ਲਈਏ ਉਹੋ ਹੀ ਲਾਹੇਗਾ। ਔਰ ਜਿਸ ਵਾਸਤੇ ਸਾਨੂੰ ਮਨੁੱਖਾ ਜਿਹੜੀ ਜੋਨੀ ਆ ਇਹਨੂੰ ਸਰਦਾਰ ਕਿਹਾ ਗਿਆ ਹੈ ਸਾਰੀਆਂ ਜੋਨੀਆਂ ਦਾ, ਤੇ ਇਹਦੇ ਵਿੱਚ ਹੀ ਅਸੀਂ ਜੋ ਚੰਗਾ ਕਰਨਾ। ਅੱਗੇ ਦਾ ਤੇ ਵੀਰ ਜੀ ਨਾ ਕਿਸੇ ਨੂੰ ਪਤਾ ਹੈ ਨਾ ਕਿਸੇ ਦੇਖਿਆ ਹੈ, ਕਿਉਂਕਿ ਇਹ ਤੇ ਇੱਕ ਸਵਾਲ ਆ। ਜਿੰਨਾ ਮਰਜ਼ੀ ਆਪਾਂ ਇਹਨਾਂ ਸਵਾਲਾਂ ਦੇ ਵਿੱਚ ਪੈ ਜਾਈਏ, ਇਹਨਾਂ ਚੋਂ ਕੋਈ ਜਿਹੜਾ ਜਵਾਬ ਆ ਨਾ, ਮੈਨੂੰ ਨਹੀਂ ਲੱਗਦਾ ਵੀ ਕੋਈ ਪੂਰਾ ਜਵਾਬ ਹੋਏਗਾ ਕਿਸੇ ਦੇ ਕੋਲ। ਪਰ ਇਹਨਾਂ ਤੇ ਸੱਚ ਹੈ ਨਾ ਵੀ ਅਸੀਂ ਜੋ ਇਸ ਜ਼ਿੰਦਗੀ ਦੇ ਵਿੱਚ ਜੀਂਦੇ ਜੀ, ਜੋ ਅਸੀਂ ਕਰ ਲਈਏ ਉਹ ਤੇ ਸਾਨੂੰ ਉਨੀ ਨੌਲੇਜ ਤੇ ਹੈਗੀ ਹੈ ਨਾ ਵੀ ਅਸੀਂ ਚੰਗਾ ਕਰ ਰਹੇ ਹਾਂ ਜਾਂ ਮਾੜਾ ਕਰ ਰਹੇ ਹਾਂ। ਕਿ ਜਦੋਂ ਅਸੀਂ ਸਵੇਰੇ ਉੱਠ ਕੇ ਜੇ ਮੰਨ ਲਓ ਅਸੀਂ ਕੋਈ ਗਲਤ ਕੰਮ ਕੀਤਾ, ਅੱਜ ਮੰਨ ਲਓ ਮੈਂ ਗਲਤ ਕੰਮ ਕੀਤਾ, ਜਿਸ ਟਾਈਮ ਮੈਂ ਸਵੇਰੇ ਉੱਠ ਕੇ ਬ੍ਰਸ਼ ਕਰਨ ਲੱਗੀ ਆ ਤੇ ਉਹ ਸ਼ੀਸ਼ੇ ਦੇ ਵਿੱਚ ਜਿਹੜੀਆਂ 2 ਅੱਖਾਂ ਮੇਰੀਆਂ ਮੈਨੂੰ ਵੇਖਦੀਆਂ ਨਾ, ਮੈਂ ਉਹਨਾਂ ਅੱਖਾਂ ਨਾਲ ਹੀ ਆਪਣੀਆਂ ਅੱਖਾਂ ਨਹੀਂ ਮਿਲਾ ਸਕਦੀ। ਆਪਣੀਆਂ ਹੀ ਨਜ਼ਰਾਂ ਦੇ ਨਾਲ ਨਜ਼ਰਾਂ ਨਹੀਂ ਮਿਲਦੀਆਂ ਜੇ ਅਸੀਂ ਕੁਝ ਗਲਤ ਕਰਦੇ ਹਾਂ। ਤੇ ਇਸ ਚੀਜ਼ ਦੀ ਸੋਝੀ ਸਾਨੂੰ ਜਿਹੜੀ ਆ ਇਹ ਗੁਰਬਾਣੀ ਪੜ੍ਹ ਕੇ ਹੀ ਆਉਂਦੀ ਹੈ। ਜਦੋਂ ਅਸੀਂ ਗੁਰਬਾਣੀ ਪੜਾਂਗੇ ਤੇ ਗੁਰਬਾਣੀ ਪੜ੍ਹ ਕੇ ਸਾਨੂੰ ਪਤਾ ਲੱਗਣਾ ਹੈ ਕਿ ਅਸੀਂ ਜਿੰਨਾ ਵੀ ਜੋ ਕਰਨਾ ਇਸੇ ਜੀਵਨ 'ਚ ਹੀ ਕਰਨਾ। ਅਗਲੇ ਦੇ ਵਿੱਚ ਕੀ ਹੋਣਾ ਕੀ ਨਹੀਂ ਇਹਦੇ ਬਾਰੇ ਕੋਈ ਪਤਾ ਨਹੀਂ। ਸੋ ਮੈਨੂੰ ਤੇ ਇੰਨੀ ਕੀ ਸਮਝ ਹੈ। ਹਾਂਜੀ ਬਿਲਕੁਲ ਜੀ। ਦੇਖੋ ਇੱਕ ਅਸੀਂ ਗੁਰਬਾਣੀ ਦੇ ਵਿੱਚੋਂ ਪੰਕਤੀ ਪੜ੍ਹਦੇ ਹਾਂ ਵੀ ਅਬ ਕੀ ਬਾਰ ਬਖਸ਼ ਬੰਦੇ ਕੋ ਬਾਹਰ ਨਾ ਭੌਜਲ ਫੇਰਾ। ਉੱਥੇ ਭਗਤ ਕਬੀਰ ਜੀ ਨੇ ਇਹ ਕਿਹਾ ਵਾ ਵੀ ਦੇਖੋ ਭਗਤ ਸਾਹਿਬਾਨ ਸਾਨੂੰ ਗੁਰਬਾਣੀ ਵਿੱਚ ਅਗਵਾਈ ਬਖਸ਼ਦੇ ਨੇ ਵੀ ਅਬ ਕੀ ਬਾਰ ਹੁਣ ਜਿਹੜਾ ਸਾਨੂੰ ਸਮਾਂ ਮਿਲ ਗਿਆ ਨਾ, ਇਹਦੇ ਵਿੱਚ ਮਾਲਕ ਜੀ ਮੱਤ ਬਖਸ਼ ਦਿਓ ਤਾਂ ਕਿ ਮੈਂ ਮੁੜ ਕੇ ਭੌਜਲ ਉਹ ਵਿਕਾਰਾਂ ਵਾਲਾ ਜਲ ਜਿਹੜਾ ਡਰ ਵਾਲਾ ਜਲ ਹੈ ਉਹਦੇ ਵਿੱਚ ਮੇਰਾ ਫੇਰਾ ਨਾ ਲੱਗੇ। ਮਤਲਬ ਮੇਰੇ ਕੋ ਮੈਂ ਇਹੀ ਸਮਝਾਂ ਕਿ ਸਾਡੇ ਕੋਲ ਜਿਹੜਾ ਆ ਦਿਨ ਚੜਿਆ ਨਾ, ਅਸੀਂ ਤੇ ਕੱਲ ਦੇ ਦਿਨ ਦੀ ਵੀ ਗੱਲ ਨਹੀਂ ਕਰ ਸਕਦੇ। ਆਪਾਂ ਕਿ ਜਿਹੜਾ ਅੱਜ ਦਿਨ ਚੜਿਆ ਨਾ ਇਹੀ ਮੇਰੇ ਕੋਲ ਦਿਨ ਹੈਗਾ, ਮੈਂ ਦਿਨ ਨੂੰ ਸਫਲਾ ਕਰਨਾ। ਕਿਉਂਕਿ ਜੋ ਦਿਨ ਆਵੇ 100 ਦਿਨ ਜਾਹੀ ਵਾਲੀ ਗੱਲ ਹੈਗੀ। ਤੇ ਆਪਾਂ ਅਗਰ ਇਹ ਸੋਚਾਂਗੇ ਵੀ ਇੱਕ ਦਿਨ ਸੂਰਜ ਚੜ ਗਿਆ ਮਤਲਬ ਮੈਨੂੰ ਇੱਕ ਰੱਬ ਵੱਲੋਂ ਇੱਕ ਨਵਾਂ ਦਿਨ ਮਿਲ ਗਿਆ, ਮੈਂ ਇਸ ਦਿਨ ਨੂੰ ਸਫਲਾ ਕਰਨਾ। ਇਟ ਮੀਨਸ ਵੀ ਅਗਰ ਮੈਂ ਇੱਕ ਦਿਨ ਕਰਕੇ ਵੀ ਕੁਝ ਚੰਗਾ ਕਰਦਾ ਜਾਵਾਂਗਾ, ਜਿੰਨੀ ਵੀ ਉਮਰ ਹੋਏਗੀ ਆਖਰ ਕਿਸੇ ਨਾ ਕਿਸੇ ਹੱਦ ਤੱਕ ਮੈਂ ਕਾਮਯਾਬ ਹੋ ਸਕਦਾ ਹਾਂ। ਮੇਰੇ ਖਿਆਲ ਨਾਲ ਵੀ ਆਪਾਂ ਇੱਕ ਦਿਨ ਕਰਕੇ ਵੀ ਸੋਹਣਾ ਜੀਵੀਏ, ਸਾਡੀ ਸਾਰੀ ਜ਼ਿੰਦਗੀ ਸੋਹਣੀ ਬਣ ਸਕਦੀ ਹੈ। ਅਗਲਾ ਭਾਵੇਂ ਕਿਹੜਾ ਜਨਮ ਮਿਲਦਾ ਹੁੰਦਾ ਜਾਂ ਨਹੀਂ ਉਹ ਬਾਅਦ ਦੀਆਂ ਗੱਲਾਂ। ਅੱਜ ਮੈਂ ਕੀ ਹਾਂ, ਅੱਜ ਆਪਾਂ ਜ਼ਰੂਰ ਇਹ ਦੇਖ ਲਈਏ ਜੀ। ਹਾਂਜੀ, ਕੋਈ ਹੋਰ ਵਿਚਾਰ ਕਰਨੀ ਹੋਵੇ ਚਰਨਜੀਤ ਜੀ ਜਾਂ ਕੋਈ ਹੋਰ? मेरा ख्याल अपना मलकीयत जी अगर हैं तो वो वीरवार की क्लास के बारे दस दिन तो बहुत अच्छा है। अगर और क्वेश्चन नहीं कोई है तो मलकीयत जी आज प्रेजेंट नहीं है मेरे ख्याल में, देखिए तो नहीं।
ਤੇ ਭਾਈ ਗੁਰਿੰਦਰ ਜੀ, ਵੀਰ ਗੁਰਿੰਦਰ ਜੀ ਨੂੰ ਕਹਿ ਦਿਓ, ਉਹ ਜ਼ਰਾ ਕੰਕਲੂਡ ਕਰ ਦੇਣਗੇ ਫਿਰ। ਵੀਰ ਜੀ, ਗੁਰਿੰਦਰ ਵੀਰ ਜੀ। ਹਾਂਜੀ 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 ਸੁਣ ਰਿਹਾ ਜੀ। ਆਈ ਥਿੰਕ ਆਪਣੇ ਕੋਲ ਮਲਕੀਤ ਵੀਰ ਜੀ ਅੱਜ ਸਾਡੇ ਨਾਲ ਨਹੀਂ ਜੁੜੇ, ਤੇ ਅਗਲੀ ਵਾਰੀ ਮਲਕੀਤ ਸਿੰਘ ਜੀ ਦੀ ਹੈ। ਸੋ ਹੁਣ ਅਗਲੇ ਟਾਈਮ ਜੋ ਉਹਨਾਂ ਦਾ ਹੈ, ਉਹਦੇ ਵਿੱਚ ਜੋ ਉਹਨਾਂ ਨੇ ਇੱਕ ਲੜੀ ਚਲਾਈ ਹੋਈ ਹੈ ਲਾਵਾਂ ਦੀ ਬਾਣੀ ਦੀ, ਜਾਂ ਹੋਰ ਜਿਹੜੇ 94 ਸ਼ਬਦ ਹੈਗੇ ਨੇ ਉਹਨਾਂ ਦੇ ਨਾਲ ਉਹ ਸਾਂਝ ਪਾਉਣਗੇ। ਸੋ ਅੱਜ ਜਿਹੜੀ ਵੀ ਸੰਗਤ ਜੁੜੀ ਹੈ ਸਾਰਿਆਂ ਦਾ ਧੰਨਵਾਦ ਹੈ। ਨਾਲ ਮਨਦੀਪ ਕੌਰ ਭੈਣ ਜੀ ਦਾ ਵੀ, ਜਿਨ੍ਹਾਂ ਨੇ ਬਹੁਤ ਸੋਹਣੇ ਸਾਡੇ ਨਾਲ ਸਾਂਝ ਪਾਈ। ਔਰ ਕਦੀ ਸਮਾਂ ਬਣਿਆ ਗ੍ਰਾਮਰ ਦੀ ਕਲਾਸ, ਜੋ ਕਿ ਸਾਡੇ ਬਹੁਤ ਹੀ ਜ਼ਰੂਰੀ ਹੈ, ਇੱਕ ਅਹਿਮ ਟੌਪਿਕ ਹੈਗਾ, ਤੇ ਗ੍ਰਾਮਰ ਦੀ ਕਲਾਸ ਅਸੀਂ ਜ਼ਰੂਰ ਆਵਾਂਗੇ ਜੀ। ਉਸ ਹਿਸਾਬ ਦੇ ਨਾਲ ਸਾਡੇ ਨਾਲ ਸਹਿਯੋਗ ਜ਼ਰੂਰ ਦੇਣਗੇ ਸਾਡੇ ਮੁਖੀ ਹਨ ਜਿਹੜੇ, ਔਰ ਸਰਦਾਰ ਮਨਜੀਤ ਸਿੰਘ ਜੀ, ਉਹਨਾਂ ਦੇ ਖੁਦ ਵੀ ਬੜੇ ਆਪਣੇ ਵਿੱਚ ਗ੍ਰਾਮਰ ਹੈਗੀ ਹੈ। ਆਪਾਂ ਇੱਕ ਕਲਾਸ ਰੱਖ ਲਾਂਗੇ ਉਹਨਾਂ ਦੀ, ਦੇਖ ਮੇਰੀ ਸੰਗਤ ਨਾਲ ਅਸੀਂ ਗ੍ਰਾਮਰ ਦੀ ਵੀ। ਹਾਂਜੀ ਹਾਂਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਿਹਾਲ। ਸ੍ਰੀ ਅਕਾਲ।